ਇਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਿਲਾਵਲ ਮਹਲਾ ਪੰਜਵਾਂ। ਗੁਰਪੁਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ ਗੁਰਪੁਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ। ਨਿਵਰੈ ਦੂਤ ਦੁਸ਼ਟ ਬੈਰਾਈ ਗੁਰਪੁਰੇ ਕਾ ਜਪਿਆ ਜਾਪ। ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾਂ ਤੇ ਉਪਰ ਕੋ ਨਾਹੀ। ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾਂ ਤੇ ਉਪਰ ਕੋ ਨਾਹੀ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਪਰਿਵਾਰ ਦੇ ਨਿੱਘੇ ਸੱਦੇ 'ਤੇ ਆਪ ਰਿਸ਼ਤੇਦਾਰ ਸਾਕ ਸੰਬੰਧੀ ਨਗਰ ਨਿਵਾਸੀ ਸਤਿਗੁਰ ਜੀ ਦੀ ਗੋਦ ਵਿੱਚ ਬਹੁਤ ਪਿਆਰ ਨਾਲ ਜੁੜ ਕੇ ਬੈਠੇ ਹੋ। ਆਓ ਸਤਿਗੁਰ ਜੀ ਦੀ ਪਾਵਨ ਗੋਦ ਵਿੱਚ ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਆਪਾਂ ਸਾਰੇ ਬਹੁਤ ਪਿਆਰ ਨਾਲ ਹਾਜ਼ਰੀ ਭਰ ਰਹੇ ਹਾਂ। ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਅੰਦਰ ਆਣ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਸਮਾਂ ਗੁਰਮਤਿ ਗੁਰਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬਹੁਤ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਦਾ ਆਪਾਂ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ। ਜਿਸ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ ਇਹ ਪਾਵਨ ਸ਼ਬਦ ਰਾਗ ਬਿਲਾਵਲ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 823 ਦੇ ਉੱਪਰ ਸੁਭਾਏਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਇੱਕ ਵਾਰ ਰਲ ਕੇ ਸ਼ਬਦ ਦੀਆਂ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਬੜੇ ਪਿਆਰ ਨਾਲ ਗੁਰਬਾਣੀ ਨੂੰ ਗਾਉਣਾ ਹੈ ਕਿਉਂਕਿ ਸਾਡਾ ਜਿਹੜਾ ਮਨ ਹੈ
ਇਹਦੇ ਬਾਰੇ ਸਤਿਗੁਰ ਨੇ ਬਾਣੀ ਵਿੱਚ ਲਿਖਿਆ ਹੈ ਵੀ ਜਿਵੇਂ ਹਵਾ ਬਹੁਤ ਤੇਜ਼ ਵਗਦੀ ਹੈ ਜਾਂ ਹਵਾ ਦੀ ਤਰ੍ਹਾਂ ਇਹ ਮਨ ਚੰਚਲ ਹੈ। ਤਾਰ ਦੇ ਉੱਪਰ ਕੱਪੜੇ ਸੁੱਕਣੇ ਪਾਏ ਹੋਣ, ਹਵਾ ਤੇਜ਼ ਵਗਦੀ ਹੋਵੇ ਤੇ ਉਹਨਾਂ ਕੱਪੜਿਆਂ ਨੂੰ ਜ਼ਮੀਨ 'ਤੇ ਸੁੱਟ ਜਾਂਦੀ ਹੈ। ਜਦੋਂ ਹਵਾ ਤੇਜ਼ ਵਗਦੀ ਹੈ, ਦਰਖਤ ਨਾਲੋਂ ਕੱਚੇ ਪੱਤੇ, ਹਰੇ ਪੱਤੇ ਜਿਨ੍ਹਾਂ ਨੇ ਅੱਗੇ ਟਾਹਣੀ ਦਾ ਰੂਪ ਬਣਨਾ ਸੀ, ਜਿਨ੍ਹਾਂ ਲਗਰਾਂ ਨੇ, ਉਹ ਤੇਜ਼ ਝੱਖੜ ਦੇ ਨਾਲ ਜ਼ਮੀਨ 'ਤੇ ਟੁੱਟ ਕੇ ਡਿੱਗ ਪੈਂਦੀਆਂ ਨੇ। ਮਨੁੱਖੀ ਮਨ ਹਵਾ ਨਾਲੋਂ ਵੀ ਜ਼ਿਆਦਾ ਚੰਚਲ ਹੈ। ਸਰੀਰ ਤਾਂ ਇੱਕ ਥਾਂ 'ਤੇ ਬਹਿ ਜਾਂਦਾ ਹੈ, ਪਰ ਮਨ ਨਹੀਂ ਬਹਿੰਦਾ। ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾਈ ਕਰਕੇ ਘਰ ਵੀ ਬਣਾ ਲੈਂਦੇ ਹਾਂ, ਗੱਡੀ ਵੀ ਖਰੀਦ ਲੈਂਦੇ ਹਾਂ, ਬੈੱਡ ਵੀ ਖਰੀਦ ਲੈਂਦੇ ਹਾਂ, ਸੋਫੇ ਵੀ ਖਰੀਦ ਲੈਂਦੇ ਹਾਂ, ਪਰ ਉਸ ਬੈੱਡ ਉੱਤੇ ਸਰੀਰ ਸੌਂਦਾ ਹੈ, ਮਨ ਥੋੜ੍ਹਾ ਆਰਾਮ ਕਰਦਾ। ਮਨ ਤਾਂ ਬੇਚੈਨ ਹੋ ਕੇ ਤੁਰਿਆ ਫਿਰਦਾ। ਜੇ ਦੁਨੀਆ ਦੇ ਪਦਾਰਥਾਂ ਨਾਲ ਮਨੁੱਖ ਨੂੰ ਸੁੱਖ ਮਿਲਦਾ ਹੁੰਦਾ ਤੇ ਬੜੇ ਬੜੇ ਅਮੀਰ ਲੋਕ ਉਹ ਸੁੱਖ ਦੀ ਭਾਲ ਵਾਸਤੇ ਯਤਨ ਨਾ ਕਰਦੇ। ਦੋ ਕਿਸਮ ਦੇ ਸੁੱਖ ਨੇ, ਇੱਕ ਤਨ ਦਾ, ਇੱਕ ਮਨ ਦਾ। ਜਿਹੜੇ ਤਨ ਦੇ ਸੁੱਖ ਨੇ ਉਹ ਸਾਡੇ ਸਾਰਿਆਂ ਕੋਲ ਆਪਣੀ ਆਪਣੀ ਸਮਰੱਥਾ ਮੁਤਾਬਕ ਹੁੰਦੇ ਨੇ। ਅਸੀਂ ਗੱਡੀਆਂ ਖਰੀਦ ਲੈਂਦੇ ਹਾਂ, ਸਾਡੇ ਕੋਲ ਘਰ ਹੁੰਦੇ ਨੇ। ਆਉਣਾ ਠੰਡ ਹੈ, ਜਿਹਦੇ ਕੋਲ ਸਮਰੱਥਾ ਹੈ ਉਹ ਆਪਣੀ ਕਾਰ 'ਤੇ ਸਫ਼ਰ ਕਰਦਾ ਹੈ, ਜਿਹਦੇ ਕੋਲ ਨਹੀਂ ਸਮਰੱਥਾ ਉਹ ਮੋਟਰਸਾਈਕਲ 'ਤੇ ਆਪਣੇ ਬੱਚਿਆਂ ਨਾਲ ਜਾ ਰਿਹਾ ਹੈ। ਆਪਣੇ ਆਪਣੇ ਸਾਧਨ ਨੇ ਨਾ, ਪਰ ਜ਼ਰੂਰੀ ਨਹੀਂ ਜਿਹਦੇ ਕੋਲ ਜਿੱਡੀ ਵੱਡੀ ਗੱਡੀ ਹੈ ਉਨਾ ਹੀ ਉਹ ਸੁਖੀ ਹੋਏਗਾ। ਇਹ ਜ਼ਰੂਰੀ ਨਹੀਂ ਹੈਗਾ ਕਿ ਜਿੱਡੀ ਵੱਡੀ ਉਹਦੇ ਕੋਲ ਕਾਰ ਹੈ, ਜਿੱਡਾ ਵੱਡਾ ਉਹਦੇ ਕੋਲ ਘਰ ਹੈ, ਜ਼ਰੂਰੀ ਨਹੀਂ ਕਿ ਉਹ ਅੰਦਰੋਂ ਵੀ ਓਨਾ ਸੁਖੀ ਹੋਏਗਾ। ਜ਼ਰੂਰੀ ਨਹੀਂ ਜਿਹਦੇ ਕੋਲ ਸਾਈਕਲ ਹੈ, ਜਿਹਦੇ ਕੋਲ ਕਾਰ ਨਹੀਂ ਹੈਗੀ, ਮੋਟਰਸਾਈਕਲ ਹੈ, ਉਹ ਦੁਖੀ ਹੋਏਗਾ। ਹੋ ਸਕਦਾ ਬਾਹਰੋਂ ਭਾਵੇਂ ਉਹਨੂੰ ਠੰਡ ਲੱਗਦੀ ਹੋਵੇ ਪਰ ਅੰਦਰ ਉਹਦਾ ਬੜਾ ਠੰਡਾ ਹੋਵੇ। ਕਈ ਇਨਸਾਨ ਤੁਹਾਨੂੰ ਵੱਡੇ ਵੱਡੇ ਘਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਕੱਪੜੇ ਪਾ ਕੇ ਵੀ ਕਲਪੇ ਨਜ਼ਰ ਆਉਂਦੇ ਨੇ, ਅਤੇ ਕਈ ਬੰਦਿਆਂ ਦੇ ਕੋਲ ਸਾਦਾ ਹੀ ਖਾਣਾ ਹੁੰਦਾ ਹੈ ਅਤੇ ਸਾਦੇ ਹੀ ਕੱਪੜੇ ਹੁੰਦੇ ਨੇ। ਉਹ ਬੜੇ ਖੁਸ਼ ਹੋ ਕੇ ਆਪਣਾ ਜੀਵਨ ਗੁਜ਼ਾਰਦੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਤਿਗੁਰੂ ਜੀ ਨੇ ਜ਼ਿੰਦਗੀ ਜਿਊਣ ਦਾ ਬੜਾ ਪਿਆਰਾ ਤਰੀਕਾ ਬਖਸ਼ਿਸ਼ ਕੀਤਾ ਹੈ। ਜਿੰਨਾ ਅਸੀਂ ਆਪਣੇ ਸਰੀਰ ਦੀ ਖੁਰਾਕ ਵੱਲ ਧਿਆਨ ਦਿੰਦੇ ਹਾਂ, ਕੀ ਖਾਣਾ ਕੀ ਨਹੀਂ ਖਾਣਾ, ਕੀ ਪੀਣਾ ਕਿ ਨਹੀਂ ਪੀਣਾ, ਇਹਦੇ ਵਿੱਚੋਂ 2% ਵੀ ਕਿਤੇ ਅਸੀਂ ਆਪਣੀ ਮਨ ਦੀ ਖੁਰਾਕ ਵੱਲ ਧਿਆਨ ਦੇ ਲਈਏ ਨਾ, ਜਿੰਨੀਆਂ 'ਚ ਪਰੇਸ਼ਾਨੀਆਂ 'ਚ ਮਨੁੱਖ ਜਕੜਿਆ ਪਿਆ, ਇਹਨਾਂ ਪਰੇਸ਼ਾਨੀਆਂ ਦਾ ਹੱਲ ਖੁਦ ਆਪ ਕਰ ਸਕਦਾ ਹੈ। ਆਓ ਪਾਤਸ਼ਾਹ ਕਿਰਪਾ ਕਰਨ, ਬੜੇ ਪਿਆਰ ਨਾਲ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਇਹਨਾਂ ਤੁਕਾਂ ਦਾ ਰਲ ਕੇ ਪਾਠ ਕਰੀਏ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ। ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਬੜਾ ਪਿਆਰਾ ਬਚਨ ਹੈ ਗੁਰੂ ਪੰਜਵੇਂ ਪਾਤਸ਼ਾਹ ਦਾ। ਗੁਰ ਪੂਰੈ ਮੇਰੀ ਰਾਖ ਲਈ, ਗੁਰੂ ਪੂਰੇ ਨੇ ਮੇਰੀ ਰੱਖ ਲਈ, ਭਾਵ ਮੈਨੂੰ ਬਚਾ ਲਿਆ। ਕਾਹਦੇ ਤੋਂ ਬਚਾ ਲਿਆ? ਇਹ ਆਪਾਂ ਸ਼ਬਦ ਦੀ ਵਿਚਾਰ ਵਿੱਚ ਸਮਝਣ ਦਾ ਯਤਨ ਕਰਾਂਗੇ ਵੀ ਕਿਹੜੇ ਕੰਮ ਤੋਂ ਮੇਰੇ ਗੁਰੂ ਨੇ ਮੈਨੂੰ ਬਚਾਇਆ ਹੈ। ਅਤੇ ਜੇ ਅਸੀਂ ਉਸ ਕੰਮ ਤੋਂ ਬਚ ਗਏ, ਇਹ ਦੁਨੀਆ ਬਹੁਤ ਸੋਹਣੀ ਹੈ, ਇੱਥੇ ਹੀ ਸਵਰਗ ਹੈ। ਜਿਹਨੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਆਪ ਨੂੰ ਬਚਾ ਲਿਆ। ਜਿਹੜਾ ਨਹੀਂ ਬਚਾ ਪਾਉਂਦਾ ਉਹ ਤਾਂ ਫਿਰ ਤੁਸੀਂ ਵੇਖਦੇ ਹੋ ਰੋਜ਼ ਹੀ ਕੋਈ ਨਾ ਕੋਈ ਆਪਣੀ ਜੀਵਨ ਲੀਲਾ ਖਤਮ ਕਰਦਾ ਹੈ। ਇੱਕ ਐਕਸੀਡੈਂਟ ਹੁੰਦਾ ਹੈ, ਕੋਈ ਬਾਰਡਰ ਦੇ ਉੱਤੇ ਸਾਡਾ ਆਰਮੀ ਦਾ ਨੌਜਵਾਨ, ਆਏ ਦਿਨ ਕੁਝ ਨਾ ਕੋਈ ਘਟਨਾਵਾਂ ਵਾਪਰਦੀਆਂ ਨੇ, ਪਰ ਕੁਝ ਐਸੇ ਲੋਕ ਵੀ ਨੇ ਜਿਹੜੇ ਜਾਣ ਬੁੱਝ ਕੇ ਆਤਮ ਹੱਤਿਆ ਵੀ ਕਰ ਰਹੇ ਨੇ। ਉਹ ਕੌਣ ਲੋਕ ਨੇ? ਜਿਹੜੇ ਘਰ ਦੇ ਪੱਖੇ ਨਾਲ ਹੀ ਆਪਣਾ ਰੱਸਾ ਬੰਨ੍ਹ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਨੇ, ਕੋਈ ਟ੍ਰੇਨ ਥੱਲੇ ਸਿਰ ਦੇ ਰਹੇ ਹੈ। ਇਹ ਕੌਣ ਲੋਕ ਨੇ? ਉਹ ਲੋਕ ਨੇ ਜਿਹੜੇ ਜ਼ਿੰਦਗੀ ਜਿਊਣ ਵਿੱਚ ਹਾਰ ਚੁੱਕੇ ਨੇ, ਜਿਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਤਰੀਕਾ ਨਹੀਂ ਆ ਰਿਹਾ, ਜਿਹੜੇ ਰੋਜ਼ ਹੀ ਇੱਕ ਨੂੰ ਥ੍ਰੈਟ ਦੇ ਰਹੇ, ਧਮਕੀਆਂ ਦੇ ਰਹੇ ਨੇ ਵੀ ਮੈਂ ਮਰ ਚੱਲਿਆ, ਮੈਂ ਖਤਮ ਹੋ ਚੱਲਿਆ। ਕੌਣ ਲੋਕ ਨੇ ਜਿਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਤਰੀਕਾ ਨਹੀਂ ਆ ਰਿਹਾ? ਆਓ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਸਾਰੀ ਸੰਗਤ ਬੜੇ ਪਿਆਰ ਨਾਲ ਬਾਣੀ ਨੂੰ ਗਾਉਣਾ ਹੈ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ। ਵਾਹ ਵਾਹ।
ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ, ਜਨਮ ਜਨਮ ਕੀ ਮੈਲ ਗਈ। ਨਿਵਰੈ ਦੂਤ ਦੁਸ਼ਟ ਬੈਰਾਈ, ਨਿਵਰੈ ਦੂਤ ਦੁਸ਼ਟ ਬੈਰਾਈ। ਗੁਰਪੂਰੇ ਕਾ ਜਪਿਆ ਜਾਪ, ਗੁਰਪੂਰੇ ਕਾ ਜਪਿਆ ਜਾਪ। कहा करे कोई बेचारा, कहा करे कोई बेचारा। प्रभ मेरे का बड़ प्रताप, प्रभ मेरे का बड़ प्रताप। सिमर 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 सुख पाया, सिमर 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 सुख पाया। चरण कमल रख मन माही, चरण कमल रख मन माही। ताकि शरण परयो नानक दास, ताकि शरण परयो नानक दास। जाते ऊपर को नाही, जाते ऊपर को नाही। गुरपुरै मेरी राख लई, गुरपुरै मेरी राख लई। अमृत नाम हृदय मैं दीनो, अमृत नाम हृदय मैं दीनो। जन्म जन्म की मैल गई, जन्म जन्म की मैल गई। गुरु पंजवें पातशाह जी बख्शिश करते ने, गुरपूरै मेरी राख लई। गुरु पूरे ने मेरी रख लई, भाव मैनू बचा लिया। काहदे तो? अमृत नाम हृदय मैं दीनो। बहुत प्यारी सिक्ख्या मेरी हिरदे विच टिका के ते जन्म जन्म की मैल गई। ध्यान नाल सुनियो साध संगत जी, एक जन्म है साडे माँ बाप राही साडा हुंदा है। जिदन साडे माँ बाप मिलते ने, साडा जन्म दुनिया विच हुंदा है। कोई 20 साल का है, कोई 50 साल का है, कोई 30 साल का है, कोई 40 साल का है। यह है जन्म साडे तन का। एक जन्म है साडे मन का जिहड़ा रोज़ हुंदा है। ते एक दिन विच पता नहीं किन्नी वार मन जन्म लैंदा है ते किन्नी वार मन जन्म मरदा है। वो मन का जमना मरना की है? जदों किसी का घर वेखदा है, किसी का घर वेख के हौका निकलदा भी हाय इन्हां दा घर साडे नालों चंगा है, ते अगले का घर वेख के नाल ही मौत हो जाती है, अंदरों मर जाता है। किसी की गड्डी वेख के, किसी का कारोबार वेख के, किसी घर पुत खेडदा वेख के, किसी तरक्की वेख के समाज में वापरता, जिन्हों आप जैलसी कहने, ईरखा कहने। यह है मन का जमना मरना। जदों साडे लागे कोई तरक्की करता है, साडे तो अगे लंघदा है, तो सानू खुशी नहीं हुंदी। मान लो तो बंदे नूं समझ लेना चाहिए कि मेरा मन जम्मण मरण के चक्करां विच पिया होया है। किसी दा तन वेख के मर जाना, किसी दा तन वेख के मर जाना,
ਭਾਵੇਂ ਔਰਤ ਹੈ ਤੇ ਭਾਵੇਂ ਮਰਦ ਹੈ। ਕਿਸੇ ਦਾ ਧਨ ਵੇਖ ਕੇ ਮਰ ਜਾਣਾ, ਕਿਸੇ ਦਾ ਘਰ ਵੇਖ ਕੇ ਮਰ ਜਾਣਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੰਝ ਵੀ ਲਿਖਿਆ ਵੀ ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ। ਫੁਨ ਫੁਨ ਸਮਝਦੇ ਹੋ? ਇੱਕ ਇੱਕ ਸਕਿੰਟ ਵਿੱਚ ਬੰਦੇ ਦਾ ਮਨ ਪਤਾ ਨਹੀਂ ਕਿੰਨੀ ਵਾਰ ਜੰਮਦਾ ਤੇ ਕਿੰਨੀ ਵਾਰ ਮਰਦਾ। ਅੱਜ ਸਮਾਜ ਨੂੰ ਜੇ ਕਿਸੇ ਨੇ ਦੁਖੀ ਕੀਤਾ ਹੈ ਨਾ, ਉਹ ਕਿਹਨੇ ਕੀਤਾ ਹੈ? ਇਨਸਾਨ ਨੇ ਖੁਦ ਆਪਣੇ ਆਪ ਨੂੰ ਆਪ। ਜੈਲਸੀ, ਈਰਖਾ, ਸਾੜਾ, ਨਫ਼ਰਤ, ਇਹ ਚੀਜ਼ਾਂ ਜਿਹੜੀਆਂ ਨੇ ਇਹ ਇਨਸਾਨ ਨੂੰ ਬੇਚੈਨ ਕਰਦੀਆਂ ਨੇ, ਪਰੇਸ਼ਾਨ ਕਰਦੀਆਂ ਨੇ। ਆਪਾਂ ਜਦੋਂ ਕਾਨੜਾ ਰਾਗ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਬਿਸਰ ਗਈ ਸਭ ਤਾਤ ਪਰਾਈ। ਤਾਤ ਪਰਾਈ ਸਮਝਦੇ ਹੋ? ਈਰਖਾ, ਪਰਾਈ ਈਰਖਾ। ਹੁਣ ਆਪਾਂ ਕਹਾਂਗੇ ਸਮਾਜ ਵਿੱਚ ਈਰਖਾ ਨਾਂ ਦੀ ਚੀਜ਼ ਥੋੜ੍ਹਾ ਹੈਗੀ ਹੈ। ਸਮਾਜ ਕੋਈ ਕਿਸੇ ਦੀ ਚੀਜ਼ ਵੱਲ ਵੇਖ ਕੇ ਸੜਦਾ ਥੋੜ੍ਹਾ ਹੈ। ਜੇ ਸਮਾਜ ਵਿੱਚ ਈਰਖਾ ਸਾੜਾ ਨਾ ਹੋਵੇ ਤੇ ਆ ਲੋਕਾਂ ਨੂੰ ਆਪਣੇ ਘਰ ਬਣਾ ਕੇ ਅੱਗੇ ਨਜ਼ਰ ਵੱਟੂ ਟੰਗਣ ਦੀ ਕੀ ਲੋੜ ਹੈ? ਫਿਰ ਆ ਕੋਠੀਆਂ ਬਣਾਉਂਦੇ ਨੇ ਲੋਕ ਆਪਣੇ ਘਰਾਂ ਦੇ ਅੱਗੇ, ਉਹ ਡਰਾਉਣੀਆਂ ਜਿਹੀਆਂ ਫੋਟੋਆਂ ਟੰਗ ਦਿੰਦੇ ਨੇ, ਗੱਡੀਆਂ ਟਰੱਕ ਲੈਂਦੇ ਨੇ, ਉਹਨਾਂ ਦੇ ਪਿੱਛੇ ਬੁਰੀ ਨਜ਼ਰ ਵਾਲੇ ਤਰ੍ਹਾਂ ਮੂੰਹ ਕਾਲਾ ਲਿਖ ਦਿੰਦੇ ਨੇ, ਸ਼ਹਿਰਾਂ ਵਿੱਚ ਦੁਕਾਨਾਂ ਦੇ ਅੱਗੇ ਨਿੰਬੂ ਤੇ ਮਿਰਚਾਂ ਟੰਗਦੇ ਨੇ। ਇਹ ਕਾਹਦੀ ਨਿਸ਼ਾਨੀ ਹੈ? ਬੰਦੇ ਨੂੰ ਡਾਊਟ ਹੈ ਨਾ ਵੀ ਕਿਸੇ ਨੂੰ ਮੇਰੀ ਦੁਕਾਨ ਨਹੀਂ ਚੰਗੀ ਲੱਗ ਰਹੀ, ਕਿਸੇ ਨੂੰ ਮੇਰਾ ਕਾਰੋਬਾਰ ਨਹੀਂ ਚੰਗਾ ਲੱਗ ਰਿਹਾ। ਕੋਈ ਆਟੋ ਵਾਲਾ ਤੁਸੀਂ ਵੇਖੋ ਸਵੇਰੇ ਆਟੋ ਸਟਾਰਟ ਕਰਕੇ ਜਦੋਂ ਸਵਾਰੀਆਂ ਲੈ ਕੇ ਤੁਰਦਾ, ਉਹਨੇ ਆਪਣੇ ਆਟੋ ਰਿਕਸ਼ੇ ਵਿੱਚ ਵੀ ਟੰਗਿਆ ਹੁੰਦਾ ਨਿੰਬੂ ਤੇ ਮਿਰਚਾਂ। ਉਹਨੂੰ ਡਰ ਹੈ ਵੀ ਮੇਰੀਆਂ 5 ਸਵਾਰੀਆਂ ਬੈਠੀਆਂ ਨੇ, ਪਤਾ ਨਹੀਂ ਕਿਹਨੇ ਨਜ਼ਰ ਲਾ ਦੇਣੀ ਹੈ। ਤੇ ਆਟੋ ਵਾਲੇ ਨੂੰ ਡਰ ਕਿਹਦੇ ਤੋਂ ਹੈ? ਆਟੋ ਵਾਲੇ ਤੋਂ। ਕਾਰ ਵਾਲੇ ਤੋਂ ਹੁਣ ਥੋੜ੍ਹਾ ਖਤਰਾ, ਕਿਉਂਕਿ ਕਾਰ ਵਾਲੇ ਦਾ ਤਾਂ ਆਪਣਾ ਕੰਮ, ਉਹ ਤੇ ਆਪਣਾ ਪਰਿਵਾਰ ਲੈ ਕੇ 4 ਜੀ ਬਹਿ ਕੇ ਜਾ ਰਿਹਾ। ਉਹਨੂੰ ਡਰ ਕਿਹਦੇ ਤੋਂ ਆ? ਉਹਨੂੰ ਡਰ ਇਹਦੇ ਤੋਂ ਆ ਵੀ ਕੋਈ ਦੂਜੇ ਆਟੋ ਵਾਲਾ ਮੇਰੇ ਕਾਰੋਬਾਰ ਨੂੰ ਨਜ਼ਰ ਨਾ ਲਾ ਦੇਵੇ ਵੀ ਮੇਰੇ ਤੇ ਸਵਾਰੀ ਸਵੇਰ ਦੀ ਇੱਕ ਨਹੀਂ ਬੈਠੀ, ਇਹ ਸਵੇਰ ਦਾ 4 ਚੱਕਰ ਲਾ ਆਇਆ। ਟਰੱਕ ਵਾਲੇ ਨੂੰ ਕਿਤੋਂ ਈਰਖਾ ਕਿਤੋਂ ਹੈ? ਉਹਨੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ, ਬੋਲੋ ਜੀ, ਉਹਨੂੰ ਕਿਤੋਂ ਹੈ? ਉਹਨੇ ਕਿਹਦੇ ਵਾਸਤੇ? ਉਹਨੇ ਟਰੱਕ ਵਾਲੇ ਵਾਸਤੇ ਲਿਖਿਆ, ਕਿਉਂਕਿ ਜਿਸ ਬੰਦੇ ਦਾ ਉਹਦਾ ਸੰਬੰਧ ਹੀ ਹੈ ਨਹੀਂ। ਹੁਣ ਇੱਕ ਡਾਕਟਰ ਹੈ, ਧਿਆਨ ਨਾਲ ਸੁਣਿਓ, ਡਾਕਟਰ ਆਪਣੀ ਕਲੀਨਿਕ ਦੇ ਬਾਹਰ ਵੀ, ਕਈਆਂ ਕਲੀਨਿਕਾਂ ਦੇ ਬਾਹਰ ਵੀ ਤੁਸੀਂ ਵੇਖਿਆ ਹੋਏਗਾ ਨਿੰਬੂ ਤੇ ਮਿਰਚਾਂ ਟੰਗੇ ਹੁੰਦੇ ਨੇ। ਉਹਨੂੰ ਕਿਸੇ ਲੋਹੇ ਵਾਲੀ ਦੁਕਾਨ ਤੋਂ ਖਤਰਾ ਹੈ? ਡਾਕਟਰ ਦੇ ਕਾਰੋਬਾਰ ਨੂੰ ਸੱਟ ਕੋਈ ਕਰਿਆਨੇ ਵਾਲਾ ਮਾਰੂਗਾ? ਉਹ ਕਰਿਆਨੇ ਵਾਲੇ ਦਾ ਆਪਣਾ ਕੰਮ ਹੈ, ਕੱਪੜੇ ਵਾਲੇ ਦਾ ਆਪਣਾ ਕੰਮ ਹੈ, ਹਾਰਡਵੇਅਰ ਵਾਲੇ ਦਾ ਆਪਣਾ ਕੰਮ ਹੈ। ਉਹਨੂੰ ਤੇ ਖਤਰਾ ਕਿਹਦੇ ਤੋਂ ਹੈ? ਉਹਦੇ ਕਾਰੋਬਾਰ ਨੂੰ ਨਜ਼ਰ ਕਿੱਥੋਂ ਲੱਗਣੀ ਹੈ ਕਿ ਦੂਜਾ ਡਾਕਟਰ ਕੋਈ ਮੇਰਾ ਮਰੀਜ਼ ਖਿੱਚ ਕੇ ਆਪਣੇ ਵਾਲੇ ਬੰਨੇ ਨਾਲ ਲੈ ਜਾਵੇ। ਆਪਣੇ ਕਿਤੇ ਹੁਣ ਇਹਨੂੰ ਆਪਣੇ ਸਮਾਜ 'ਤੇ ਲਾਓ। ਜਦੋਂ ਮਾਂ ਆਪਣਾ ਪੁੱਤ ਤਿਆਰ ਕਰਕੇ ਆਪੇ ਕਹਿੰਦੀ ਹਾਏ ਕਿੰਨਾ ਸੋਹਣਾ ਲੱਗਦਾ, ਤੇ ਨਾਲ ਹੀ ਇੱਥੋਂ ਕੱਜਲ ਲੈ ਕੇ ਉਹਦੇ ਇੱਦਾਂ ਲਾ ਦਿੰਦੀ ਹੈ ਵੀ ਇਹਨੂੰ ਨਜ਼ਰ ਨਾ ਲੱਗ ਜਾਏ, ਕਿਸੇ ਦੀ ਕਾਲਾ ਟਿੱਕਾ ਲਾ ਦਿੰਦੀ ਹੈ। ਹੁਣ ਇਹ ਕਿਹਤੋਂ ਖਤਰਾ ਹੈ? ਇਹ ਵੀ ਉਹਨੂੰ ਉਹਨਾਂ ਮਾਵਾਂ ਤੋਂ ਖਤਰਾ ਹੈ ਜਿਨ੍ਹਾਂ ਦੇ ਘਰ ਆਪਣੇ ਘਰ ਔਲਾਦ ਜਾਂ ਹੈਗੀ ਹੈ ਜਾਂ ਨਹੀਂ ਹੈਗੀ। ਕਦੀ ਸਮਾਜ ਵਿੱਚ ਮੈਂ ਰਾਤ ਦੇ ਦੀਵਾਨ 'ਚ ਵੀ ਨਾ, ਰਾਤੀ ਸਾਡਾ ਦੀਵਾਨ ਹਰਿਆਣੇ ਸੀ, ਉੱਥੇ ਮੈਂ ਇੱਕ ਸ਼ਬਦ ਕਹਿ ਕੇ ਆਇਆ। ਜਦੋਂ ਆਪਾਂ ਸਾਰੀਆਂ ਮੇਰੀਆਂ ਭੈਣਾਂ ਬੈਠੀਆਂ, ਤੁਸੀਂ ਧੀਆਂ ਦੀ ਉਮਰ ਦੀਆਂ, ਮੇਰੀ ਮਾਂ ਦੀ ਉਮਰ ਦੀਆਂ ਬੈਠੀਆਂ ਜੇ, ਸਮਾਜ ਵਿੱਚ ਨਾ ਕੁਝ ਸ਼ਬਦ ਸਾਡੇ ਦਿਮਾਗ 'ਚ ਗਲਤ ਫਿੱਟ ਕਰ ਦਿੱਤੇ ਵੀ ਔਰਤ ਦੇ ਘਰ ਜੇ ਔਲਾਦ ਨਹੀਂ ਹੁੰਦੀ ਤੇ ਔਰਤ ਅਧੂਰੀ ਹੈ। ਇਹ ਸ਼ਬਦ ਸਾਡੇ ਸਮਾਜ 'ਚ ਆਮ ਚੱਲਦੇ ਆ ਵੀ ਔਰਤ ਮੁਕੰਮਲ ਉਦੋਂ ਹੁੰਦੀ ਹੈ ਜਦੋਂ ਔਰਤ ਦੇ ਘਰ ਔਲਾਦ ਹੁੰਦੀ ਹੈ। ਹੁਣ ਇਹ ਗੱਲ ਸਮਾਜ ਮੁਤਾਬਕ ਤਾਂ ਠੀਕ ਹੋ ਸਕਦੀ ਹੈ, ਸਾਡੇ ਗੁਰੂ ਮੁਤਾਬਕ ਠੀਕ ਨਹੀਂ ਹੈ। ਗੁਰੂ ਸਾਹਿਬ ਇਸ ਗੱਲ ਨੂੰ ਕਦੀ ਵੀ ਨਹੀਂ ਮੰਨਦੇ। ਸਿੱਖ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂ। ਜੇ ਔਲਾਦ ਨਾਲ ਹੀ ਔਰਤ ਮੁਕੰਮਲ ਹੁੰਦੀ ਹੈ ਤੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੀ ਹੈ, ਨਾ ਉਹਦੇ ਘਰ ਧੀ ਹੈ ਤੇ ਨਾ ਪੁੱਤ ਹੈ। ਕੀ ਬੇਬੇ ਨਾਨਕੀ ਮੁਕੰਮਲ ਨਹੀਂ ਹੈ? ਬੋਲੋ ਮੇਰੀਓ ਭੈਣੋ। ਆਪਾਂ ਕਹਾਂਗੇ ਕਿਸੇ ਦੀ ਔਲਾਦ ਕਰਕੇ ਲੋਕਾਂ ਦਾ ਨਾਮ ਰਹਿੰਦਾ ਹੈ, ਔਲਾਦ ਨਾਲ ਦੁਨੀਆ 'ਤੇ ਨਾਮ ਰਹਿੰਦਾ। ਆਪਣੇ ਸਮਾਜ 'ਚ ਇਹੋ ਕਹਿੰਦੇ ਨੇ ਔਲਾਦ ਹੋਵੇ ਤੇ ਨਾਮ ਰਹਿੰਦਾ। ਇਹ ਗਲਤ ਗੱਲ ਹੈ। ਨਾਮ ਔਲਾਦ ਨਾਲ ਨਹੀਂ ਰਹਿੰਦਾ। ਤੁਹਾਡਾ ਦੁਨੀਆ 'ਤੇ ਨਾਮ ਰਹਿਣਾ ਤੁਹਾਡੇ ਆਪਣੇ ਕੰਮਾਂ ਕਰਕੇ। ਜੇ ਔਲਾਦ ਨਾਲ ਨਾ ਰਹਿੰਦਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਤੇ 4 ਸਾਹਿਬਜ਼ਾਦੇ ਸਾਡੇ ਤੋਂ ਵਾਰ ਦਿੱਤੇ, ਉਹ ਨਹੀਂ ਸੀ ਚਾਹੁੰਦੇ ਦੁਨੀਆ 'ਤੇ ਸਾਡਾ ਨਾਮ ਰਵੇ। ਬੰਦਾ ਸਿੰਘ ਬਹਾਦਰ ਦੇ 4 ਸਾਲ 7 ਮਹੀਨੇ ਦਾ ਸਾਹਿਬਜ਼ਾਦਾ ਹੈ ਅਜੇ ਸਿੰਘ।
ਜਿਹਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ। ਹੁਣ ਪ੍ਰੋਬਲਮ ਇਹ ਹੈ ਕਿ ਅਸੀਂ ਨਮਸਕਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰਦੇ ਹਾਂ ਤੇ ਸਿੱਖਿਆ ਕਿਸੇ ਹੋਰ ਦੀ ਚੱਕੀ ਫਿਰਦੇ ਹਾਂ। ਅੱਜ ਮਾਰ ਕੇ ਵੇਖ ਲਓ, ਕੋਈ ਕਿਸੇ ਭੇਖੀ ਬਾਬੇ ਕੋ ਤੁਰਿਆ ਫਿਰਦਾ, ਕਿਸੇ ਭੇਖੀ ਬਾਬੇ ਕੋ ਤੁਰਿਆ ਫਿਰਦਾ। ਗੁਰੂ ਗ੍ਰੰਥ ਸਾਹਿਬ ਤੱਕ ਤੇ ਅਸੀਂ ਪਹੁੰਚੇ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਣ ਲਈ ਤਾਂ ਅਸੀਂ ਕਿੰਨੇ ਬੈਰੀਗੇਟ ਲਾਏ ਹੋਏ ਨੇ। ਅੱਜ ਮਾਰੋ ਆਪੋ ਆਪਣੇ ਘਰਾਂ ਵਿੱਚ ਧਿਆਨ ਵੀ ਕਿੰਨਿਆਂ ਪਰਿਵਾਰਾਂ ਵਿੱਚ ਸਤਿਗੁਰ ਦੀ ਬਾਣੀ ਪੜ੍ਹੀ ਜਾ ਰਹੀ ਹੈ। ਵੱਡੀ ਗੱਲ ਕਹਾਂਗੇ ਟਾਈਮ ਹੈ ਨਹੀਂ, ਟਾਈਮ ਤੇ ਬੰਦੇ ਕੋਲ ਬਹੁਤ ਹੈ। ਪੁਰਾਣੇ ਸਮੇਂ ਸਗੋਂ ਟਾਈਮ ਘੱਟ ਹੁੰਦਾ ਸੀ, ਉਦੋਂ ਮਾਵਾਂ ਘਰਾਂ ਦਾ ਕੰਮ ਵੀ ਆਪ ਕਰਦੀਆਂ ਸੀ, ਖੇਤ ਰੋਟੀ ਵੀ ਦੇ ਕੇ ਆਉਂਦੀਆਂ ਸੀ, ਮੱਝਾਂ ਨੂੰ ਪੱਠੇ ਵੀ ਨਾਲ ਪਵਾ ਦਿੰਦੀਆਂ ਸੀ, ਕੱਪੜੇ ਵੀ ਧੋਂਦੀਆਂ ਸੀ, ਘਰਾਂ 'ਚ ਪੋਚੇ, ਕੱਚੇ ਘਰ ਪੋਚੇ ਲਾਉਂਦੀਆਂ ਸੀ। ਹੁਣ ਤਾਂ ਘਰ ਵੀ ਪੱਕੇ ਨੇ, ਮਾਰਬਲ ਲੱਗੇ ਹੋਏ ਨੇ, ਚਿਪਸਾਂ ਪਈਆਂ ਹੋਈਆਂ ਨੇ, ਤੇ ਕੰਮ ਘਰ ਦੇ ਵਿੱਚ ਲੀਰਾਂ ਲਾਉਣ ਵਾਲੀਆਂ, ਪੋਚੇ ਲਾਉਣ ਵਾਲੀਆਂ ਬੀਬੀਆਂ ਸੁੱਖ ਨਾਲ ਆਉਂਦੀਆਂ ਨੇ, ਤੇ ਕੱਪੜੇ ਧੋਣ ਲਈ ਸੁੱਖ ਨਾਲ ਵਾਸ਼ਿੰਗ ਮਸ਼ੀਨਾਂ ਹੈਗੀਆਂ ਨੇ। ਮਤਲਬ ਇਹਦਾ ਮਤਲਬ ਕਿੰਨੇ ਕੰਮ ਸਾਡੇ ਮਸ਼ੀਨਾਂ ਨੇ ਸਾਂਭ ਲਏ। ਤੇ ਫਿਰ ਬੰਦੇ ਕੋਲ ਤੇ ਟਾਈਮ ਹੋਣਾ ਚਾਹੀਦਾ ਬਈ। ਘਰ ਦੇ ਵਿੱਚ ਬੀਬੀ ਕੋਲ ਵੀ ਵਕਤ ਹੋਣਾ ਚਾਹੀਦਾ, ਕਿਉਂਕਿ ਪੋਚਾ ਵੀ ਕਿਸੇ ਨੇ ਲਾਤਾ, ਕੱਪੜੇ ਵੀ ਧੁੱਪ ਗਏ, ਖਾਣਾ ਵੀ ਬਣ ਗਿਆ। ਕਈਆਂ ਨੇ ਤਾਂ ਸ਼ਹਿਰਾਂ 'ਚ ਖਾਣਾ ਬਣਾਉਣ ਵਾਲੀਆਂ ਵੀ ਰੱਖੀਆਂ ਹੋਈਆਂ ਨੇ। ਪੁਰਾਣੇ ਸਮੇਂ 'ਚ ਸਾਡੇ ਬਜ਼ੁਰਗ ਆਪਣੇ ਹੱਥੀਂ ਕੰਮ ਕਰਦੇ ਸੀ ਸਾਰੇ। ਖੇਤਾਂ 'ਚ ਵੀ ਬਲਦਾਂ ਨਾਲ ਵਾਹੀ ਕਰਨੀ। ਹੁਣ ਤਾਂ ਮਸ਼ੀਨੀ ਖੇਤੀ ਵੀ ਹੁਣ ਇੱਦਾਂ ਦੀ ਹੋ ਗਈ ਵੀ ਸਵੇਰੇ ਭਾਵੇਂ ਤੁਹਾਡੀ 50 ਕਿੱਲੇ ਕਣਕ ਖਲੋਤੀ ਖੇਤਾਂ ਵਿੱਚ, ਸ਼ਾਮਾਂ ਤੱਕ ਭਾਵੇਂ ਮੰਡੀ ਸੁੱਟ ਦਿਓ ਤੁਸੀਂ। ਇਹਦਾ ਮਤਲਬ ਇਹ ਹੈ ਸਾਡੇ ਕੋਲ ਸਾਧਨ ਬਹੁਤ ਆ ਗਏ। ਸਮਾਂ ਤੇ ਵੇਖੋ, ਵਕਤ ਤਾਂ ਕੱਢਣਾ ਪੈਂਦਾ। ਹੁਣ ਤੁਸੀਂ ਇੱਥੇ ਅੱਜ ਪਰਿਵਾਰ ਨੇ ਸਮਾਗਮ ਰੱਖਿਆ, ਤੁਸੀਂ ਆਏ ਜੇ ਨਾ, ਤੁਸੀਂ ਮੈਨੇਜ ਕੀਤਾ ਹੀ ਹੈ ਨਾ। ਜਿੰਨਾ ਮਰਜ਼ੀ ਰੁਝੇਵਾਂ ਹੁੰਦਾ ਤੁਸੀਂ ਪਹੁੰਚਣਾ ਹੀ ਸੀ। ਆਪਾਂ ਆਪਣੇ ਕੋਲ ਆਏ ਹਾਂ, ਗੱਡੀ ਵੀ ਲੈ ਕੇ ਆਏ ਹਾਂ, ਤੇਲ ਵੀ ਲਾਇਆ, ਆਪਾਂ ਪਹੁੰਚੇ ਵੀ ਹਾਂ, 2 ਜੀ 4 ਜੀ ਆਪਾਂ ਲੈ ਕੇ ਆਏ। ਸਮਾਂ ਤਾਂ ਜ਼ਿੰਦਗੀ ਵਿੱਚ ਤੁਹਾਨੂੰ ਕੱਢਣਾ ਪੈਂਦਾ ਹੈ। ਸਮੇਂ ਨਾਲ ਤੇ ਤੁਹਾਨੂੰ ਆਪ ਤੁਰਨਾ ਪੈਣਾ ਹੈ, ਸਮੇਂ ਦੇ ਉੱਤੇ ਚੜ੍ਹ ਕੇ ਰਹਿਣਾ ਪੈਣਾ। ਜੇ ਜ਼ਿੰਦਗੀ ਵਿੱਚ ਜੇ ਜ਼ਿੰਦਗੀ 'ਚ ਕਿਸੇ ਨੇ ਕਾਮਯਾਬ ਹੋਣਾ, ਤੁਸੀਂ ਕਈ ਬੱਚੇ ਵੇਖੇ ਸਰਕਾਰੀ ਸਕੂਲਾਂ 'ਚ ਪੜ੍ਹੇ, ਘਰਾਂ ਦਾ ਕੰਮ ਕਰਕੇ ਵੀ ਉਹਨਾਂ ਦੇ ਚੰਗੇ ਨੰਬਰ ਆਉਂਦੇ ਨੇ। ਤੇ ਕਈਆਂ ਨੂੰ ਮਾਂ-ਬਾਪ ਕੰਮ ਇਸ ਕਰਕੇ ਨਹੀਂ ਕਹਿੰਦੇ ਵੀ ਇਹਦੇ ਕਿਤੇ ਨੰਬਰ ਘੱਟ ਆਉਣ, ਉਹ ਫੇਰ ਵੀ 60 ਤੋਂ ਤਾਂ ਨਹੀਂ ਟੱਪਦਾ ਬੱਚਾ, 50 ਤੋਂ ਤਾਂ ਨਹੀਂ ਟੱਪਦਾ। ਇੱਕ ਬੱਚਾ ਲਾਗੇ ਕੰਮ ਕਰਾ ਕੇ, ਕਈ ਧੀਆਂ ਆਪਣੀ ਮਾਂ ਨਾਲ ਕੰਮ ਕਰਾ ਕੇ ਵੀ 95% ਤੱਕ ਨੰਬਰ ਲੈ ਜਾਂਦੀਆਂ ਨੇ। ਅਜੇ ਉਹ ਆਪਣੀ ਮਾਂ ਨਾਲ, ਗੱਲ ਤੇ ਉਹਦੀ ਆਪਣੀ ਸਿਸਟਮ ਦੀ ਸੀ। ਆ ਇੱਕ ਕੇਰਲਾ ਦੀ ਬੱਚੀ ਸੀ ਨਾ, ਜਿਹਨੇ ਆਪਣੀ ਝੌਂਪੜੀ ਦੀ ਫੋਟੋ ਪਾਈ ਵੀ ਉਹਦੇ ਪਿੰਡ ਵਿੱਚ ਇੰਟਰਨੈਟ ਨਹੀਂ ਸੀ ਚੱਲਦਾ, ਉਹਨੇ ਉਸ ਇਲਾਕੇ 'ਚ ਇੱਕ ਝੌਂਪੜੀ ਪਾ ਕੇ ਨਾਲੇ ਉਹ ਸਬਜ਼ੀ ਵੇਚਦੀ ਹੈ, ਨਾਲੇ ਉਹਨੇ ਝੌਂਪੜੀ ਪਾਈ ਹੈ, ਤੇ ਨਾਲੇ ਉੱਥੋਂ ਇੰਟਰਨੈਟ ਦੀ ਸਹੂਲਤ ਨਾਲ ਉਹ ਸਟੱਡੀ ਕਰ ਰਹੀ ਹੈ। ਜਿਨ੍ਹਾਂ ਨੇ ਤਰੱਕੀ ਕਰਨੀ ਹੁੰਦੀ ਹੈ, ਜਿਨ੍ਹਾਂ ਨੇ ਉਗਣਾ ਹੁੰਦਾ, ਖੂਹਾਂ 'ਚ ਵੇਖਿਆ ਨਾ ਕਈ ਬੋਹੜ ਦੇ ਪੱਤੇ ਜਾਂ ਬੋਹੜ ਦੇ ਬੀਜ, ਉਹ ਉੱਥੋਂ ਖੂਹ 'ਚ ਵੀ ਉੱਗ ਪੈਂਦੇ ਨੇ, ਤੇ ਕਈਆਂ ਨੂੰ ਪੂਰਾ ਉੱਗਣ ਦਾ ਮੌਕਾ ਮਿਲਦਾ, ਉੱਗੇ ਨਹੀਂ ਜਾਂਦਾ ਉਹਨਾਂ ਕੋਲੋਂ। ਹੁਣ ਉਹ ਖੂਹ ਦੇ ਵਿੱਚ ਵੀ ਪਤਾ ਨਹੀਂ ਕਿੱਦਾਂ ਕਿਤੇ ਬੋਹੜ ਦਾ ਬੀਜ, ਕਿਉਂਕਿ ਬੱਟ ਕਹਿੰਦੇ ਬੋਹੜ ਨੂੰ, ਬੋਹੜ ਦਾ ਬੀਜ ਬੜਾ ਬਰੀਕ ਹੁੰਦਾ, ਉਹ ਇੱਟਾਂ ਨੂੰ ਪਾੜ ਕੇ ਵੀ, ਜਿਹਨੂੰ ਆਪਾਂ ਇਹ ਕਹਿੰਦੇ ਵੀ ਪੱਥਰਾਂ ਨੂੰ ਪਾੜ ਕੇ ਵੀ ਉੱਗ ਆਇਆ ਵਾ, ਤੇ ਕਈਆਂ ਨੂੰ ਪੂਰਾ ਉੱਗਣ ਦਾ ਮੌਕਾ ਮਿਲਦਾ, ਉਹਦੇ ਕੋਲ ਉੱਗੇ ਨਹੀਂ ਜਾ ਰਿਹਾ। ਕਈ ਇੱਦਾਂ ਤਿਆਰੀ ਕਰਕੇ ਸੌਂਦੇ ਆ, ਥੱਲੇ ਬਹੁਤ ਸੋਹਣਾ ਗੱਦਾ ਵਾ, ਉੱਤੇ ਸੋਹਣੀ ਚਾਦਰ ਆ, ਸੋਹਣਾ ਸਰਾਣਾ ਵਾ, ਸੋਹਣੀ ਉੱਤੇ ਰਜਾਈ ਤਲਾਈ ਲਈ ਹੋਈ ਆ, ਜੋ ਵੀ ਉੱਤੇ ਉਹਦੇ ਕੋਲ ਖੇਸ ਜਿੱਦਾਂ ਦਾ ਮੌਸਮ ਲਿਆ ਹੋਇਆ, ਨੀਂਦ ਨਹੀਂ ਆ ਰਹੀ। ਤੇ ਇੱਕ ਬੰਦਾ ਚੱਲਦੀ ਗੱਡੀ ਦੇ ਵਿੱਚ ਵੀ ਅੱਖ ਲਾ ਲੈਂਦਾ, ਰਿਕਸ਼ੇ ਵਾਲਾ ਰਿਕਸ਼ੇ 'ਤੇ ਸੌਂ ਕੇ ਵੀ ਕਈ ਵਾਰੀ ਅੱਖ ਲਾ ਲੈਂਦਾ, ਗਾਹਕ ਸਵਾਰੀ 10 ਮਿੰਟ ਨਾ ਆਵੇ ਤਾਂ ਉੱਥੇ ਵੀ ਅੱਖ ਲਾ ਲੈਂਦਾ। ਤੇ ਕਈਆਂ ਨੂੰ ਇਹੋ ਹੀ ਮਤਲਬ ਡਾਕਟਰਾਂ ਕੋਲੋਂ ਦਵਾਈਆਂ ਲੱਭਦੇ ਫਿਰਦੇ ਵੀ ਨੀਂਦ ਨਹੀਂ ਆਉਂਦੀ। ਇਹ ਕੋਈ ਬਿਮਾਰੀ ਹੈ ਨੀਂਦ ਨਾ ਆਉਣਾ? ਨੀਂਦ ਨਾ ਆਉਣਾ ਕੋਈ ਬਿਮਾਰੀ ਹੈ ਭਲਾ? ਸੋਚਣਾ ਚਾਹੀਦਾ ਨਾ ਬੰਦੇ ਨੂੰ ਵੀ ਐਸਾ ਮੇਰੇ ਕੋਲ ਕੀ ਗੁਨਾਹ ਹੋਇਆ ਵੀ ਜਿਹੜੀ ਚੀਜ਼ ਮੈਨੂੰ ਸੌਣ ਨਹੀਂ ਦੇ ਰਹੀ। ਉਹ ਕਿਹੜੇ ਐਸੇ ਖਿਆਲ ਨੇ? ਤੰਦਰੁਸਤ ਬੰਦਾ ਤੇ ਬੈਠਾ ਵੀ ਅੱਖ ਲਾ ਲੈਂਦਾ। ਤੁਸੀਂ ਵੇਖਿਆ ਨਾ ਕਈ ਬੰਦੇ, ਕਈ ਦਾ ਕਹਿਣਗੇ ਇਹਦੀ ਨੀਂਦ ਬੜੀ ਕਮਾਲ ਦੀ ਜੀ, ਤੇ ਪ੍ਰਸ਼ਾਦਾ ਛਕ ਕੇ ਸੋਫੇ 'ਤੇ ਬਵੇ ਨਾ, ਉੱਥੇ ਵੀ ਇਹਦੀ ਝੋਕ ਲੱਗ ਜਾਂਦੀ। ਵਧੀਆ ਗੱਲ ਹੈ, ਮਾੜੀ ਗੱਲ ਨਹੀਂ ਹੈ। ਇਹਦਾ ਮਤਲਬ ਬੰਦੇ ਦੇ ਕੋਲ ਐਨਰਜੀ ਪੂਰੀ ਹੈ, ਸੌਂ ਵੀ ਜਾਂਦਾ, ਉਸੇ ਵੇਲੇ ਉੱਠ ਵੀ ਪੈਂਦਾ। ਤੇ ਕਈ ਬੰਦੇ ਡਾਕਟਰਾਂ ਕੋਲੋਂ ਦਵਾਈਆਂ ਲੱਭਦੇ ਫਿਰਦੇ ਨੇ ਜੀ ਸਾਨੂੰ ਨੀਂਦ ਨਹੀਂ ਆ ਰਹੀ। ਕੀ ਕਰਨਾ ਐਸੀ ਅਮੀਰੀ ਨੂੰ? ਕੀ ਕਰਨਾ ਐਸੇ ਪੈਸੇ ਨੂੰ?
ਅੱਜ ਅਸੀਂ ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਕੇ ਬੈਠੇ ਹਾਂ। ਜਿੱਥੇ ਹੈਗੇ ਇੱਕ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸਿੱਖ ਲਓ, ਵਰਤਮਾਨ ਜ਼ਿੰਦਗੀ ਜਿਉਣੀ ਸਿੱਖੋ। ਜਿੱਥੇ ਹੈਗੇ ਜੋ ਹੈਗਾ ਨਾ ਉਹਦਾ ਸ਼ੁਕਰਾਨਾ ਕਰੋ। ਜਿਵੇਂ ਨਸ਼ੇੜੀ ਬੰਦਾ ਨਹੀਂ ਹੁੰਦੇ, ਅਮਲੀ ਬੰਦੇ ਦਾ ਅੱਜ ਦਾ ਨਸ਼ਾ ਹੈਗਾ ਪਰ ਕੱਲ੍ਹ ਦਾ ਹੈ ਨਹੀਂ। ਉਹਨੇ ਅੱਜ ਦਾ ਨਸ਼ਾ ਤੇ ਕਰ ਲਿਆ, ਉਹਨੂੰ ਕੱਲ੍ਹ ਦਾ ਨਸ਼ਾ ਨਹੀਂ ਹੈਗਾ। ਉਹਦਾ ਫਿਕਰ ਕਰਕੇ ਅੱਜ ਦਾ ਨਸ਼ਾ ਵੀ ਨਹੀਂ ਉਹਨੂੰ ਹੋ ਰਿਹਾ। ਬੰਦੇ ਨਾਲ ਰੋਜ਼ ਇੱਦਾਂ ਵਾਪਰੀ ਜਾ ਰਿਹਾ ਵੀ ਬੰਦਾ ਰੋਟੀ ਖਾ ਰਿਹਾ ਵਾ, ਸਾਹਮਣੇ ਪਈ ਰੋਟੀ ਦਾ ਸਵਾਦ ਨਹੀਂ ਲੈ ਰਿਹਾ, ਅੱਗੇ ਦੀ ਚਿੰਤਾ ਕਰਕੇ ਆਪਣਾ ਅੱਜ ਗਵਾਈ ਜਾ ਰਿਹਾ। ਪਰੇਸ਼ਾਨੀਆਂ, ਚਿੰਤਾਵਾਂ, ਝੋਰੇ। ਗੁਰੂ ਸਾਹਿਬ ਜੀ ਇੱਥੇ ਸ਼ਬਦ ਵਰਤਨੇ, ਗੁਰ ਪੂਰੇ ਮੇਰੀ ਰਾਖ ਲਈ। ਪੂਰੇ ਗੁਰੂ ਨੇ ਮੇਰੀ ਰੱਖ ਲਈ। ਕੀ ਰੱਖ ਲਈ? ਇਹਨਾਂ ਅੱਖਾਂ ਨੂੰ ਗਲਤ ਵੇਖਣ ਤੋਂ ਬਚਾ ਲਿਆ, ਇਹਨਾਂ ਕੰਨਾਂ ਨੂੰ ਗਲਤ ਸੁਣਨ ਤੋਂ ਬਚਾ ਲਿਆ, ਇਸ ਜ਼ੁਬਾਨ ਨੂੰ ਗਲਤ ਬੋਲਣ ਤੋਂ ਬਚਾ ਲਿਆ, ਅਤੇ ਇਹਨਾਂ ਪੈਰਾਂ ਨੂੰ ਗਲਤ ਰਸਤੇ ਤੁਰਨ ਤੋਂ ਬਚਾ ਲਿਆ। ਗੁਰ ਪੂਰੇ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਅੰਮ੍ਰਿਤ ਵਰਗੀ ਪਿਆਰੀ ਸਿੱਖਿਆ ਮੇਰੇ ਹਿਰਦੇ ਵਿੱਚ ਦੇ ਦਿੱਤੀ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਹੋਇਆ ਕਿ ਜਨਮ ਜਨਮ ਕੀ ਮੈਲ ਗਈ। ਕਿਹੜੇ ਜਨਮ ਦੀ ਮੈਲ? ਜਦੋਂ ਮੈਂ ਕਿਸੇ ਨੂੰ ਮੈਂ ਗਲਤ ਵੇਖਦਾ, ਮੇਰੇ ਅੰਦਰ ਮੈਲ ਆ ਗਈ। ਇਹ ਮੈਲ ਜਾਊ ਕਿੱਦਾਂ? ਜਦੋਂ ਮੈਂ ਗੁਰੂ ਦੀ ਸਿੱਖਿਆ ਲਵਾਂਗਾ। ਜਨਮ ਜਨਮ ਕੀ ਮੈਲ ਗਈ। ਜਨਮਾਂ ਜਨਮਾਂ ਦੀ, ਜਿਹਨੂੰ ਬਾਣੀ ਰੱਖਿਆ, ਹਮ ਮੈਲੇ ਤੁਮ ਉਜੜ ਕਰਤੇ। ਵੇਖੋ, ਮੈਲ ਤਾਂ ਕਿਸੇ ਨੂੰ ਵੀ ਪਸੰਦ ਨਹੀਂ। ਤੁਸੀਂ ਮੈਲੇ ਗਲਾਸ ਵਿੱਚ, ਮੈਲੇ ਬਰਤਨ 'ਚ ਰੋਟੀ ਦਿਓ, ਖਾਣ ਤੋਂ ਅਗਲਾ ਮਨਾ ਕਰ ਦਿੰਦਾ ਵੀ ਭਾਈ ਤੁਸੀਂ ਮੈਨੂੰ ਖਾਣਾ ਤਾਂ ਵਧੀਆ, ਪਰ ਪਾਇਆ ਤੁਸੀਂ ਮੈਲੇ ਬਰਤਨ 'ਚ। ਅਸੀਂ ਮੈਲੇ ਕੱਪੜੇ ਪਾਉਣਾ ਪਸੰਦ ਨਹੀਂ ਕਰਦੇ। ਅਸੀਂ ਕੱਪੜੇ ਪਾਉਂਦੇ ਹਾਂ, ਗੰਦੇ ਹੋ ਜਾਂਦੇ, ਆਪਾਂ ਕਹਿੰਦੇ ਫਿਰ ਧੋ ਇਹਨੂੰ ਜੀ। ਪਾਵਾਂਗਾ, ਕੱਪੜਾ ਪਾਵਾਂਗਾ, ਪਰ ਜਦੋਂ ਸਾਫ਼ ਹੋਏਗਾ ਫਿਰ ਪਾਵਾਂਗਾ। ਅਸੀਂ ਮੈਲੀ ਬੈੱਡ ਸ਼ੀਟ ਦੇ ਉੱਤੇ ਸੌਣ ਨੂੰ ਤਿਆਰ ਨਹੀਂ, ਮੈਲੀ ਗੱਡੀ ਵਿੱਚ ਬੈਠਣ ਨੂੰ ਤਿਆਰ ਨਹੀਂ। ਮਤਲਬ ਮੈਲ ਸਾਨੂੰ ਪਸੰਦ ਨਹੀਂ। ਹੁਣ ਸਤਿਗੁਰੂ ਜੀ ਕਹਿੰਦੇ ਨੇ ਹਮ ਮੈਲੇ। ਹੁਣ ਇਹ ਮੈਲ ਤਾਂ ਬਾਹਰ ਹੈ, ਜਿਹੜੀ ਅੰਦਰ ਮੈਲ ਹੈ ਕਿੱਥੋਂ ਆਉਂਦੀ ਆ? ਇਹ ਕਿਹੜੀ ਮੈਲ ਆ? ਇਹ ਮੈਲ ਹੈ ਝੂਠ ਦੀ, ਇਹ ਮੈਲ ਹੈ ਬੇਈਮਾਨੀ ਦੀ, ਇਹ ਮੈਲ ਹੈ ਗਲਤ ਵੇਖਣ ਦੀ, ਇਹ ਮੈਲ ਹੈ ਗਲਤ ਸੁਣਨ ਦੀ। ਇਹ ਸਾਰੀ ਮੈਲ ਇਕੱਠੀ ਹੋਈ ਜਾ ਰਹੀ ਹੈ, ਜਿਹਨੂੰ ਬਾਣੀ ਲਿਖਿਆ ਹਮ ਮੈਲੇ ਤੁਮ ਉਜੜ ਕਰਤੇ। ਹਮ ਨਿਰਗੁਣ ਤੂੰ ਦਾਤਾ। ਅਸੀਂ ਨਿਰਗੁਣ ਆ ਰਹੇ ਹਾਂ, ਤੁਸੀਂ ਦਾਤੇ ਹੋ। ਤੁਸੀਂ ਗੁਣਾਂ ਦੇ ਦਾਤੇ ਹੋ। ਤੁਹਾਡੇ ਕੋਲੋਂ ਗੁਣਾਂ ਦੀ ਦਾਤ ਮਿਲਦੀ ਹੈ, ਜਿਹਦੇ ਨਾਲ ਜ਼ਿੰਦਗੀ ਜਿਉਣ ਦਾ ਤਰੀਕਾ ਹੁੰਦਾ ਹੈ। ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ। ਵੇਖੋ, ਸਿਆਣਪ ਬੜੀ ਵੱਡੀ ਚੀਜ਼ ਹੈ। ਜਿਹੜੀ ਸਿਆਣਪ ਹੈ ਨਾ, ਜਿਹੜੀ ਅਕਲ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਬਹੁਤ ਵੱਡੀ ਦਾਤ ਹੈ। ਜਦੋਂ ਮਨੁੱਖ ਦੇ, ਆਪਾਂ ਪਰਿਵਾਰਾਂ 'ਚ ਨਹੀਂ ਵੇਖਦੇ, ਬੜੀ ਸਾਡੀ ਧੀ ਬੜੀ ਸਿਆਣੀ ਹੈ, ਸਾਡਾ ਪੁੱਤ ਬੜਾ। ਅੱਜ ਤਾਂ ਰਿਸ਼ਤੇ ਵੀ ਅਸੀਂ ਕਰਦੇ, ਅਸੀਂ ਚਮੜੀ ਵੇਖ ਕੇ ਕਰਦੇ। ਗੁੱਸਾ ਨਾ ਮਨਾਇਓ, ਸੱਚ ਹੈ। ਅੱਜ ਜਿਹੜੇ ਰਿਸ਼ਤੇ ਧੀਆਂ ਪੁੱਤਾਂ ਦੇ ਹੋ ਰਹੇ ਆ, ਉਹ ਤਾਂ ਚਮੜੀ ਵੇਖ ਕੇ ਕਰਦੇ ਸੀ, ਸਕਿਨ ਵੇਖ ਕੇ ਕਰਦੇ ਆ, ਅੰਗ ਵੇਖ ਕੇ ਕਰਦੇ ਵੀ ਨੈਣ ਨਕਸ਼ੇ ਦੇ ਕਿੱਦਾਂ ਦੇ ਆ, ਰੰਗ ਇਹਦਾ ਕਿੱਦਾਂ ਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਥੋੜ੍ਹੇ ਚਿਰ ਲਈ ਤਾਂ ਪ੍ਰਭਾਵਿਤ ਕਰਦੀਆਂ ਨੇ, ਪਰ ਜੇ ਇਨਸਾਨ ਕੋਲ ਗੁਣ ਨਾ ਹੋਣ ਤਾਂ ਬਾਹਰ ਦੀ ਚਮੜੀ ਤੇ ਨੈਣ ਨਕਸ਼ ਤਿੱਖੇ ਕੀ ਕਰਨਗੇ ਜੀ। ਅਸਲੀ ਸੁਹੱਪਣ ਹੈ ਬੰਦੇ ਦਾ ਕਿਰਦਾਰ, ਬੰਦੇ ਦਾ ਬੋਲ ਚਾਲ, ਬੰਦੇ ਦਾ ਰਹਿਣ ਸਹਿਣ। ਜਿਹੜੀ ਅਸਲੀ ਸੁਹੱਪਣ ਆ ਨਾ, ਜਿਹੜਾ ਅਸਲੀ ਸੁਹੱਪਣ ਆ, ਉਹ ਤੁਹਾਡਾ ਕਿਰਦਾਰ ਹੈ। ਥੋੜ੍ਹੇ ਚਿਰ ਵੇਖੋ, ਹੁਣ ਤੁਸੀਂ ਕਿਸੇ ਦੀ ਚਰਚਾ ਕਰੋ, ਕਿਸੇ ਬਾਰੇ, ਕਿਸੇ ਦੇ ਰੰਗ ਰੂਪ ਬਾਰੇ ਬੋਲੋਗੇ, ਕਿੰਨਾ ਕੁ ਬੋਲੋਗੇ? 5-7 ਮਿੰਟਾਂ ਤੋਂ ਵੱਧ ਤੁਸੀਂ ਬੋਲ ਨਹੀਂ ਸਕਦੇ। ਪਰ ਜੇ ਕਿਰਦਾਰ ਬਾਰੇ ਬੋਲਣਾ ਹੋਵੇ ਤਾਂ ਸਾਲਾਂ ਬੱਧੀ ਵੀ ਸਮਾਂ ਥੋੜ੍ਹਾ ਪੈ ਜਾਂਦਾ। ਆਪਾਂ ਜਦੋਂ ਕਿਸੇ ਦੀ ਵਡਿਆਈ ਕਰਦੇ ਹਾਂ, ਆਪਾਂ ਕਹਿੰਦੇ ਫਲਾਣਾ ਸਾਡਾ ਮਾਸਟਰ ਬੜਾ ਚੰਗਾ ਹੈ, ਸਾਡਾ ਫੁੱਫੜ ਬੜਾ ਚੰਗਾ ਹੈ, ਮੇਰਾ ਵੱਡਾ ਭਰਾ ਬੜਾ ਚੰਗਾ ਹੈ, ਮੇਰੀ ਭੈਣ ਬੜੀ ਚੰਗੀ ਹੈ, ਸਾਡਾ ਭਾਈਆ ਬੜਾ ਚੰਗਾ ਹੈ। ਉਹਦੇ ਆਪਾਂ ਕਿਹੜੇ ਕਿਹੜੇ ਗੁਣ ਦੱਸਦੇ ਜੋ ਉਹਨੇ ਸਮਾਜ ਵਿੱਚ ਚੰਗਾ ਕੀਤਾ ਹੁੰਦਾ। ਇਨਸਾਨ ਗੁਣਾਂ ਨਾਲ ਵੱਡਾ ਹੈ, ਉਹਦੇ ਕੰਮਾਂ ਨਾਲ ਵੱਡਾ ਵਾ, ਰੰਗ ਰੂਪ ਨਾਲ ਨਹੀਂ ਵੱਡਾ ਹੁੰਦਾ ਵੀ ਕਿਹਦਾ ਰੰਗ ਰੂਪ ਕਿੱਦਾਂ ਦਾ ਹੈ। ਇਸੇ ਕਰਕੇ ਸਤਿਗੁਰ ਦੀ ਬਾਣੀ ਕਹਿੰਦੀ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਗੁਰੂ ਸਾਹਿਬ ਮਨੁੱਖ ਨੂੰ ਅੰਦਰੋਂ ਸੋਹਣਾ ਬਣਾਉਂਦੇ ਆ, ਖੂਬਸੂਰਤ ਬਣਾਉਂਦੇ ਆ। ਤੋ ਪਾਤਸ਼ਾਹ ਜੀ ਕਹਿੰਦੇ ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਮੇਰੇ ਅੰਦਰ ਜਿਹੜੀ ਮੈਲ ਇਕੱਠੀ ਹੋਈ ਸੀ ਗੁਰੂ ਦੀ ਸਿੱਖਿਆ ਨਾਲ, ਮੇਰੇ ਅੰਦਰੋਂ ਦੂਰ ਹੋ ਗਈ। ਨਿਵਰੈ ਦੂਤ। ਹੁਣ ਸਾਡੇ ਸਮਾਜ ਵਿੱਚ ਜਮਕਾਲ ਜਾਂ ਜਮ, ਇੱਕ ਇੱਦਾਂ ਦੀ ਪਰਿਭਾਸ਼ਾ ਬਣਾਈ ਹੋਈ ਵੀ ਜਦੋਂ ਬੰਦਾ ਮਰਦਾ ਨਾ, ਉਹਨੂੰ ਜਮ ਲੈਣ ਆਉਂਦੇ ਆ।
सच्चाई ये है भी अज तक कोई भी दुनिया तो गया बंदा इत्थे दस्सण आया इत्थों के लोगों को, जिन्हें भी दुनिया तो अज तक चढ़ाई की, भावें कोई धर्मी तो भावें अधर्मी, जिहड़ा भी दुनिया ते पूरा होया, ध्यान नाल सुणिओ इस गल नूं, जिन्ने भी दुनिया ते अज तक बंदे पूरे जदों चढ़ाई कर गया, आपां उहदा संस्कार कीता, उहदा अंगीठा संभालिया, पानी च रोड़ आए, मुसलमान उहनूं दफना दिंदे ने, अपने अपने मतां दे अपने अपने सिस्टम ने। जिहड़ा दुनिया तो जा चुका भला इत्थों के लोगों को दस्सण आया मुड़ के भी मेरे नाल की होया अगे, फिर सवाल पैदा होंदा फिर इत्थों के लोगों को की पता लगा भी अगे की वापरदा, जो दस्सण आया ही कोई नहीं। गल तो सारी इत्थों की सी। दुनिया की जिन्नी एजुकेशन आ वो वर्तमान की गल करदी है। जे तुहाडा बच्चा पढ़ रहा, कोई डिग्री कर रहा, उन्होंने कदी आप इदा कहा पुत पढ़ ला, अपना अग्गा सवार ला। अग्गा अग्गा का मतलब तू अपना कल सवार ला। धी नूं पेके घर आप की सिक्ख्या देने, पुत आटा गुनना सिख ला, सब्जी बनानी सिख ला, चाह बनानी सिख ला, कपड़े प्रैस करने सिख ला, बोलना सिख ला, सलीका सिख। भावें तू पुत्र स्कूल टीचर है, भावें तू जज बन जाए, पर तेनों अपने घर बारे काम कार करने आने चाहिए ने। एक कदों काम आउणगे जो तू सहुरे घर विआही गई। आप कदी धी नूं यह कहा पुत काम कर सिख ला, अगले जन्म च तेरे काम आऊ। आप कदी अपने पुत्र नूं कहा पुत पढ़, ये पढ़ाई तेरे अगले जन्म च काम आऊगी। आप कहना पुत पढ़ेगा, आने वाला तेरा कल सवारिया जाऊ। जे तुसी करियाने वाली दुकान ते जाने आ, तुसी एक हत्थ पैसे दिंदे आ, दूजे हत्थ अगला तुहानूं सौदा दिंदा है। ये कदी किसी ने कहा भी पैसे इस जन्म च दे दो तो सौदा अगले जन्म च लै लिओ। जदों मसला धर्म का आउंदा है की आंदे आ पाठ कर लो बई, अपना अग्गा सवार लो। अग्गा मीनिंग अगला जन्म सवार लो। असी नरक भोग रहे हैं तो अगला सवार लो। इत्थे घरां विच नरक बनिया पिया, इत्थे कोई किसी नाल बोलण नूं तैयार नहीं। वोमैन सैल दे विच जाके वेखो डिवोर्स दीयां फाइलां दीयां मतलब धूड़ जम्मी हुई है उत्थे। कोई 6 महीने सहुरे घर रही तो तलाक तक नौबत आ गई। किन्ने साल हो गए पेके बैठी, कई विदेशों चले गए लाड़े, इत्थे बेचारियां धक्के खांदियां फिरदियां। कई विदेशों च विआह करा के चले गईयां, लाड़े धक्के खांदे फिरदे ने। किहड़ी दुनिया में जिंदगी जी रहे असीं? आ जिंदगी असी नरक बना ली आ, स्वर्ग के असी झांसे देई जाने आ। असी जिथे हैगे आ वो जो साडे कोल आ ਉਹਦੇ ਵਿੱਚ ਜ਼ਿੰਦਗੀ ਜਿਉਣੀ ਸਿੱਖ ਲਓ। ਕਈਆਂ ਕੋਲ ਚੰਗੀਆਂ ਭਲੀਆਂ ਧੀਆਂ ਹੈਗੀਆਂ ਜੋ ਹੁਣ ਵੇਖੋ ਜੋ ਸਾਡੇ ਕੋਲ ਨਹੀਂ ਨਾ ਹੁੰਦਾ ਅਸੀਂ ਥੋੜ੍ਹਾ ਜਿਹਾ ਮੰਗਦੇ। ਜਿਵੇਂ ਮੰਨ ਲਓ ਜਿਨ੍ਹਾਂ ਘਰ 2 ਧੀਆਂ ਉਹ ਕਹਿੰਦੇ ਕਿਤੇ ਪੁੱਤ ਹੋ ਜਾਏ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਆ ਤਾਂ ਪਰਿਵਾਰ ਭਾਗਾਂ ਵਾਲਾ ਜਿਨ੍ਹਾਂ ਨੇ ਧੀ ਦਾ ਦਿਨ ਮਨਾਇਆ ਵੀ ਸ਼ੁਕਰ ਹੈ ਸਾਨੂੰ। ਨਹੀਂ ਤਾਂ ਸਾਡੇ ਘਰਾਂ 'ਚ ਜੇ ਕੋਈ ਧੀ ਦੀ ਖੁਸ਼ੀ ਮਨਾਉਂਦਾ ਤੇ ਲਾਗੇ ਮਾਵਾਂ ਕਹਿਣਗੀਆਂ ਦਾਦੀਆਂ ਇੰਨਾ ਖੁਸ਼ੀ ਮਨਾ, ਦੂਜੀ ਵੀ ਰੱਬ ਧੀ ਦੇ ਦੂ। ਜਦੋਂ घर ਵਿੱਚ ਧੀ ਜਨਮ ਲੈਂਦੀ ਸਭ ਤੋਂ ਪਹਿਲਾਂ ਮੂੰਹ ਕਿਹਦਾ ਸੁੱਜਦਾ ਭਲਾ ਜੀ घर 'ਚ? ਸਭ ਤੋਂ ਪਹਿਲਾਂ ਮਨ ਕਿਹਦਾ ਉਦਾਸ ਹੁੰਦਾ ਜੀ घर 'ਚ? ਭਲਾ ਬੋਲ ਕੇ ਦੱਸਿਓ। ਹਾਂਜੀ ਆ ਵੇਲੇ ਇੱਧਰੋਂ ਆਵਾਜ਼ ਆ ਰਹੀ ਹੈ ਸੱਸ ਦਾ, ਕਹਿੰਦੇ ਜਦੋਂ ਸੱਸਾਂ ਦੇ ਮੱਥੇ 'ਤੇ ਕਲੰਕ ਲੱਗਾ ਨਾ ਇਸ ਗੱਲ ਦਾ। ਅਜੇ ਉਹ ਵੀ ਕਿਸੇ ਦੀ ਧੀ ਸੀ ਕਦੀ, ਅਜੇ ਸੱਸ ਵੀ ਕਦੀ ਕਿਸੇ ਦੀ ਧੀ ਰਹੀ ਆ। ਅੱਛਾ ਜੇ ਪੁੱਤ ਜਨਮ ਲੈ ਲਵੇ ਫਿਰ ਖੁਸ਼ੀ ਹੁੰਦੀ ਹੈ ਜੀ, ਧੀ जन्म लै ले तो मन उदास होंदा जी। अच्छा पुत चाहिदा क्यों आ? कहते जी पुत कमाई। ये मैं नहीं कह रहा, गुरु रामदास का वाक है, ज्यों जननी गर्भ पालती सुत की करे आसा। वड्डा होए धन खाट दे, वड्डा हो के उन्हें धन कमाना, घर भोग बिलासा असीं दोवें पति पत्नी बह के खाया करांगे तो पुत्र कमाई करया करूगा तो नूंह सानूं पका के खवाया करूगी। हुण सर्वे करो समाज में किन्ने नौ पुत अपने माँ बाप की सेवा कर रहे हैं। सर्वे करके वेख लो, सर्वे करो। हुण तुसीं किन्नियां नौहां जिहड़ियां सੱਸ नूं रोटी बना के खवा रहीआं ने, ते किन्ने पुत ने जिहड़े अपने माँ बाप नाल रहना पसंद करते हैं। ये धीआं ते बदनाम कर दिंदे असीं कई वारी। पुत दी पहिलां भी माँ बाप नाल नहीं बनदी, जदों विआही आउंदी आ वो अड्ड हो जांदे आ। कहणगे वेखो जी आई आउंदिआं अड्ड कर दित्ती। तुहाडा बच्चा ते तुहाडे आखे पहिलां नहीं सी लगदा, वो तो पहला भी बाप के अगे बोलता सी। गल संस्कारां दी है। माफ़ करना, ये मैं गुरु की हजूरी च कहना, बूटा लाना बहुत सौखा है। नर्सरी जो लिया के 150 का बूटा ला दिओ, पर उन्होंने दरख्त बनाउण लई बन्ने बन्ने लोहे का जंगड़ा लाउणा पैना भी राह जांदा पशु मूँह ना मार जे उतों।
ਬੱਚਾ ਪੈਦਾ ਹੋ ਗਿਆ, ਜਨਮ ਲੈ ਲਿਆ ਬੱਚੇ ਨੇ, ਉਹਨੂੰ ਸਾਂਭਣਾ ਕਿਹਨੇ ਆ, ਉਹਨੂੰ ਸੰਸਕਾਰ ਕਿਹਨੇ ਦੇਣੇ ਆ। ਆਪਣੇ ਘਰਾਂ ਵਿੱਚ ਕਦੀ ਸੋਚ ਕੇ ਵੇਖਿਆ, ਜਦੋਂ ਘਰਾਂ ਵਿੱਚ ਬੱਚਿਆਂ ਦੇ ਸਾਹਮਣੇ ਪੁੱਤ ਆਪਣੀ ਮਾਂ ਦੀ ਬੇਇੱਜ਼ਤੀ ਕਰਦਾ ਹੈ, ਨੂੰਹ ਆਪਣੀ ਸੱਸ ਦੀ ਬੇਇੱਜ਼ਤੀ ਕਰਦੀ ਆ, ਤੇ ਕੰਧ ਤੇ ਲਿਖਿਆ ਪੜ੍ਹ ਲਓ, ਇਹ ਬੇਇੱਜ਼ਤੀ ਕਰਾਉਣ ਲਈ ਤੁਸੀਂ ਵੀ ਆਪਣੀ ਤਿਆਰੀ ਕਰਾ ਲਓ, ਕਿਉਂਕਿ ਜੋ ਬੱਚਾ ਤੁਹਾਨੂੰ ਵੇਖ ਰਿਹਾ ਉਹਨੇ ਉੱਦਾਂ ਹੀ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਕਰਨਾ ਹੈ। ਜਿਨ੍ਹਾਂ ਘਰਾਂ 'ਚ ਜੇ ਕਿਤੇ ਸੱਸ ਨੇ ਕੋਈ ਸ਼ਬਦ ਬੋਲ ਵੀ ਦਿੱਤਾ, ਮਾਂ ਇੱਦਾਂ ਕਹਿੰਦੀ ਹੈ, ਜਾ ਪੁੱਤ ਦਾਦੀ ਮਾਮਾ ਦੇ ਕੋਲ ਜਾ, ਉਹਦਾ ਸਿਰ ਨੱਪ ਕੇ ਆ, ਉਹਨੂੰ ਰੋਟੀ ਦੇ ਕੇ ਆ, ਉਹਨੂੰ ਤਾਂ ਕਿਤੇ ਨਾ ਕਿਤੇ ਤਾਂ ਦਿਮਾਗ ਵਿੱਚ ਸੱਸ ਦੇ ਵੀ ਆਊਗਾ ਵੀ ਕਿੰਨੀ ਨੂੰਹ ਮੇਰੀ ਨੇਕ ਹੈ, ਮੈਂ ਧੱਕਾ ਕਰਦੀ ਉਹਦੇ ਨਾਲ। ਕਈਆਂ ਘਰਾਂ ਸੱਸਾਂ ਵੀ ਧੱਕਾ ਕਰਦੀਆਂ ਨੇ, ਪਤਾ ਹੀ ਹੈ ਤੁਹਾਨੂੰ, ਕਹਿਣ ਦੀ ਲੋੜ ਨਹੀਂ। ਕਈਆਂ ਘਰਾਂ 'ਚ ਜੇ 2 ਪੁੱਤ ਨੇ 3 ਪੁੱਤ ਨੇ, ਇੱਕ ਨੂੰ ਚੰਗਾ ਕਹੀ ਜਾਣਾ, ਦੂਜੇ ਨੂੰ ਲਾਗੇ ਬੋਲੋ ਭੈਣੋ ਮਾੜਾ ਕਹੀ ਜਾਣਾ। ਕਈ ਸੱਸਾਂ ਬੜੀਆਂ ਨੇਕ ਆ, ਉਹਨਾਂ ਨੇ ਬਰਾਬਰ ਰੱਖਣਾ ਸਾਰਿਆਂ ਨੂੰ, ਭਾਵੇਂ ਪੁੱਤ ਧੀ ਜਿਹੜਾ ਵੀ ਹੈਗਾ ਉਹਨੇ ਕਹਿਣਾ ਮੇਰੇ ਲਈ ਸਾਰੇ ਬਰਾਬਰ ਵਾ। ਅਸੀਂ ਜੋਤਸ਼ੀਆਂ ਪਾਂਧਿਆਂ ਸਿਆਣਿਆਂ ਬਾਬਿਆਂ ਕੋਲ ਤੁਰੇ ਫਿਰਦੇ ਹਾਂ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਆਪਣੇ ਘਰ ਦੀ ਸਮੱਸਿਆ ਖੁਦ ਹੱਲ ਕਰੋ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੋ, ਸਮਝੋ, ਵਿਚਾਰੋ, ਆਪਣੇ ਆਪ ਨੂੰ ਬਦਲੋ, ਸੁਭਾਅ ਚੇਂਜ ਕਰੋ, ਆਪਣੀ ਸੋਚ ਬਦਲੋ। ਗੁਰੂ ਸਾਹਿਬ ਜੀ ਨੇ ਆਪਣੀ ਸੋਚ ਬਦਲਣ ਵਾਸਤੇ ਮਨੁੱਖ ਨੂੰ ਏਡਾ ਵੱਡਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਮੈਂ ਗੱਲ ਪਹਿਲਾਂ ਕਹਿ ਦਿੱਤੀ ਵੀ ਜਿਨ੍ਹਾਂ ਘਰਾਂ 'ਚ ਮੰਨ ਲਓ ਧੀਆਂ ਨੇ, ਉਹਨਾਂ ਨੂੰ ਇਹ ਲੱਗਦਾ ਵੀ ਧੀ ਨਹੀਂ, ਪੁੱਤ ਨਹੀਂ ਹੈਗਾ ਤਾਂ ਦੁਖੀਆਂ। ਹੁਣ ਜਿਨ੍ਹਾਂ ਘਰਾਂ ਦੇ ਵਿੱਚ ਧੀ ਵੀ ਨਹੀਂ ਹੁੰਦੀ, ਉਹ ਇਹੋ ਅਰਦਾਸਾਂ ਕਰਦੇ, ਚਲੋ ਰੱਬਾ ਪੁੱਤ ਨਹੀਂ ਦੇਣਾ ਤਾਂ ਧੀ ਦੇ ਦੇ, ਇੱਦਾਂ ਕਹਿਣਗੇ ਉਹ। ਇਹਦਾ ਮਤਲਬ ਉਹ ਵੀ ਇਹ ਸਮਝਦੇ ਆ ਵੀ ਪੁੱਤ ਚੰਗੀ ਚੀਜ਼ ਆ, ਤੇ ਧੀ ਤੇ ਮਤਲਬ ਇਹ ਦੂਜੇ ਨੰਬਰ 'ਤੇ ਆ ਜਾਂਦੀ, ਚਲੋ ਰੱਬਾ ਪੁੱਤ ਨਹੀਂ ਸੀ ਦੇਣਾ ਤੇ ਧੀ ਦੇ ਦਿੰਦਾ। ਇਹਦਾ ਮਤਲਬ ਤੁਸੀਂ ਇਹ ਸਮਝਦੇ ਹੋ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਪੁੱਤ ਨੂੰ ਕਹਿ ਕੇ ਕਿਤਾਬ ਫੜਾਉਣੀ ਪੈਂਦੀ ਹੈ ਤੇ ਧੀਆਂ ਆਪਣੇ ਆਪ ਪੜ੍ਹਦੀਆਂ ਨੇ। ਘਰਾਂ 'ਚ ਵੇਖ ਲਓ, ਤੁਸੀਂ ਸਮਾਜ ਵਿੱਚ ਵੇਖੋ, ਧੀਆਂ ਸਟੱਡੀ ਕਰਦੀਆਂ ਨੇ, ਪੜ੍ਹਦੀਆਂ। ਹੁਣ ਤਾਂ ਧੀਆਂ ਪੁੱਤਾਂ 'ਚ ਫਰਕ ਰਿਹਾ ਹੀ ਕੋਈ ਨਹੀਂ। ਵਿਦੇਸ਼ਾਂ ਵਿੱਚ ਮੈਂ ਖੁਦ ਆਪ ਵੇਖ ਕੇ ਆਇਆ, ਧੀਆਂ ਕੋਲ ਕਿੰਨੇ ਮਾਂ ਬਾਪ ਰਹਿ ਰਹੇ ਨੇ, ਧੀਆਂ ਕੋਲ। ਸਾਰੀ ਸੁਭਾਅ ਸਾਡੇ ਸੁਭਾਅ ਦੀ ਪ੍ਰੋਬਲਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਮੰਤਰ ਥੋੜ੍ਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸਮਝ ਕੇ ਆਪਣੇ ਆਪ ਉੱਤੇ ਲਾਗੂ ਕਰਨਾ ਸੀ। ਜਿੱਦਾਂ ਸੌਖੀ ਐਗਜ਼ਾਮਪਲ ਹੈ, ਜਿੱਦਾਂ ਤੁਸੀਂ ਇੱਥੋਂ ਦਿੱਲੀ ਨੂੰ ਜਾ ਰਹੇ ਹਾਂ, ਜਦੋਂ ਆਪਾਂ ਹਰਿਆਣੇ ਐਂਟਰ ਕਰਦੇ ਹਾਂ, ਉੱਥੇ ਹਾਈਵੇ ਦੀ ਸਪੀਡ ਆਉਂਦੀ ਹੈ 90। ਧਿਆਨ ਨਾਲ ਸੁਣਿਓ, ਜਿਹੜੇ ਬੰਦੇ ਰੋਜ਼ ਜਾਣ ਵਾਲੇ ਨਾ ਟੈਕਸੀਆਂ ਵਾਲੇ, ਉਹ ਕਦੇ ਚਲਾਨ ਨਹੀਂ ਕਟਾਉਂਦੇ ਆਪਣਾ ਛੇਤੀ ਕੀਤੀਆਂ, ਕਿਉਂਕਿ ਰੋਜ਼ ਦੀ ਪ੍ਰੈਕਟਿਸ ਆ, ਉਹਨਾਂ ਨੂੰ ਪਤਾ ਕਿੱਥੇ ਕਿੱਥੇ ਕੈਮਰੇ ਲੱਗੇ ਆ। ਦਿੱਲੀ ਵਿੱਚ ਉਹ ਰੋਕਦੇ ਨਹੀਂ। ਹੁਣ ਕੈਮਰੇ ਥਾਂ ਥਾਂ 'ਤੇ ਲੱਗੇ ਹੋਏ ਆ। ਤੁਹਾਡੇ ਘਰ ਟਿਕਟ ਆਉਣੀ ਹੈ, ਬਸ ਤੁਹਾਡੇ ਐਡਰੈਸ 'ਤੇ ਟਿਕਟ ਆ ਜਾਣੀ, 2000 ਦਾ ਚਲਾਨ ਆ ਜਾਣਾ ਹੈ। ਜਦੋਂ ਇੱਕ ਵਾਰੀ ਤੁਹਾਨੂੰ 2000 ਦਾ ਚਲਾਨ ਭਰਨਾ ਪਿਆ, ਅਗਲੀ ਵਾਰੀ ਬੰਦਾ ਆਪਣੇ ਆਪ ਗੱਡੀ ਦੀ ਸਪੀਡ ਲਿਮਟ 'ਚ ਰੱਖਦਾ। ਬਾਹਰਲੀਆਂ ਕੰਟਰੀਆਂ 'ਚ ਵੀ ਸੇਮ ਇੱਦਾਂ ਹੀ ਆ। ਹੁਣ ਜਿਹੜਾ ਜਦੋਂ ਹਰਿਆਣੇ ਐਂਟਰ ਕਰਦੇ, ਉੱਥੇ 90 ਦੀ ਸਪੀਡ ਹੈ। ਜੇ ਬੰਦੇ ਦੀ ਗੱਡੀ 110 ਹੁੰਦੀ ਹੈ ਨਾ, ਐਕਸੀਲੇਟਰ ਤੋਂ ਆਪਣੇ ਆਪ ਹੀ ਪੈਰ ਚੱਕਿਆ ਜਾਂਦਾ ਵੀ ਆਹ ਉੱਥੇ ਕੈਮਰੇ ਵਾਲੇ ਖਲੋਤੇ ਆ, ਉਹਨਾਂ ਨੇ 1000-2000 ਰੁਪਈਆ ਮੇਰੇ ਕੋਲੋਂ ਚਲਾਨ ਦਾ। ਬੋਲੋ ਜੀ। ਹੁਣ ਜਦੋਂ ਪਤਾ ਵਾ ਵੀ ਪਹੁੰਚਣਾ ਕਿੰਨਾ ਕੁ ਫਰਕ, ਸਾਰਾ ਕਿਤੇ ਅੱਧੇ ਘੰਟੇ ਦਾ ਫਰਕ ਪੈ ਜਾਊ। ਹੁਣ ਇਹਦਾ ਮਤਲਬ ਜਦੋਂ ਮੈਂ ਰੋਡ ਦੇ ਉੱਤੇ ਲਿਖਿਆ ਤੇ ਆਪਣੇ ਆਪ ਮੇਰਾ ਪੈਰ ਐਕਸੀਲੇਟਰ ਤੋਂ ਚੱਕਿਆ ਗਿਆ, ਇਹਦਾ ਮਤਲਬ ਲਿਖੇ ਦਾ ਅਸਰ ਹੋਇਆ ਨਾ। ਇੱਥੇ ਲਿਖਿਆ ਸੀ ਤਾਂ ਹੀ ਮੇਰੇ ਬ੍ਰੇਨ ਨੇ ਗੱਲ ਨੂੰ ਚੱਕਿਆ ਨਾ ਵੀ ਐਕਸੀਲੇਟਰ ਤੋਂ ਪੈਰ ਚੱਕ ਲਾ। 90 ਤੋਂ ਅੰਦਰ ਰਵੇਂਗਾ ਤੇ ਟਿਕਟ ਨਹੀਂ ਮਿਲਣੀ, 90 ਤੋਂ ਉੱਪਰ ਚਲਾ ਗਿਆ ਤੇ ਅਗਲੇ ਤੇਰਾ ਚਲਾਨ ਕੱਟ ਦੇਣਾ। ਸੇਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਦਾਂ ਵਾ। ਜ਼ਿੰਦਗੀ ਦੀ ਗੱਡੀ ਭਜਾਈ ਜਾਣਾ, ਬਾਣੀ ਦੱਸਦੀ ਆ ਵੀ ਕਿੱਥੇ ਐਕਸੀਲੇਟਰ 'ਤੇ ਪੈਰ ਰੱਖਣਾ ਤੇ ਕਿੱਥੋਂ ਐਕਸੀਲੇਟਰ ਤੋਂ ਪੈਰ ਚੱਕਣਾ। ਪਰ ਬਾਣੀ ਪੜ੍ਹੀ ਕਿੰਨਿਆਂ ਨੇ? ਮਾਰੋ ਆਪੋ ਆਪਣੇ ਘਰਾਂ 'ਚ ਧਿਆਨ। ਅੱਜ ਘਰਾਂ ਵਿੱਚ ਬਾਣੀ ਦੀ ਪੋਥੀ ਕੋਈ ਟਾਵੇਂ ਪਰਿਵਾਰ 'ਚ ਹੋਊਗੀ, ਕੋਈ ਟਾਵਾਂ ਪਰਿਵਾਰ ਗੁਰਬਾਣੀ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹੋਊਗਾ, ਤਾਂ ਹੀ ਉਹ ਲੋਕ ਦੇਹਧਾਰੀ ਬਾਬਿਆਂ ਕੋਲ ਆਸ਼ੀਰਵਾਦ ਲੈਣ ਜਾ ਰਹੇ ਆ। ਗੁਰਬਾਣੀ ਪੜ੍ਹ ਕੇ ਨਹੀਂ ਵੇਖੀ, ਗੁਰਬਾਣੀ ਵਿਚਾਰ ਕੇ ਨਹੀਂ ਵੇਖੀ ਵੀ ਗੁਰੂ ਸਾਹਿਬ ਕਹਿੰਦੇ ਕਿ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਕੀ ਆ। ਗੁਰੂ ਸਾਹਿਬ ਦੀ ਹਰ ਇੱਕ ਨੂੰ ਪੁੱਛ ਕੇ ਵੇਖੋ। ਉਹ ਕਹਿੰਦਾ ਮੈਂ ਬੜਾ ਸਮਝਾ ਕੇ ਵੇਖ ਲਿਆ, ਉਹ ਮੇਰੀ ਗੱਲ ਸੁਣਦਾ ਹੀ ਨਹੀਂ। ਕਿਸੇ ਨੇ ਨਹੀਂ ਸਮਝਾਉਣਾ, ਆਪਣੇ ਆਪ ਨੂੰ ਸਮਝਾਉਣਾ। ਧਿਆਨ ਨਾਲ ਸੁਣਿਓ ਜੀ ਗੱਲ। ਬਾਣੀ 'ਚ ਲਿਖਿਆ
कई बारी बंदा नहीं कहता मैं अपनी घर वाली नूं बड़ा समझाया, घर वाली कहती मैं अपने घर वाले नूं बड़ा समझाया, माँ कहती मैं पुੱਤ नूं बड़ा समझाया, पुੱਤ कहता मैं माँ नूं बड़ा समझाया। ना, कोई किसी नूं समझा नहीं सकता। समझा सकदा जी? ना। बंदा उदण समझा जिदण अपने आप नूं आप समझाउंदा। नानक मन समझाइए, सारे बोलो नानक मन समझाइए। हुण डॉक्टर आंदा मिठा ना खा तेरे लिए जहर है, डॉक्टर तो सारिਆਂ ਨੂੰ समझाउंदा। कि डॉक्टर के आखे ला के लोग जलेबियां खाने गजरेला खाना बंद कर देंगे? फिर भी किते ना किते सामने पई चीज़ वाल वेख के जी बोलो सारे कर ही आउंदा। डॉक्टर ते आंदे परौंठे बंद कर दो, तलियां चीज़ां बंद कर दो, पकौड़े बंद कर दो। जे सब कुछ बंद हो जाए तो आ दुनिया चले किदां? फिर भी बंदा, इहदा मतलब ये आ डॉक्टर जो कह रहा सारी गल असीं मान लें। हाँ, जिदण बंदे ने अपने आप नूं आप समझाया ना, इदां सामने पई होगी वस्तु, वो कहणगे खा ला, कहंदा ना भाई हुण नहीं खाना। कहंदा क्यों? कहंदा ना भाई हुण मसां। जिम वाले नौजवान जिहड़े जिम जांदे आ, एक्सरसाइज करते आ, कदी वेखो घर जिन्ने मर्जी तड़के लगते होण वेंदे भी नहीं। मावां नूं पता जिन्हां दे बच्चे जिम जांदे एक्सरसाइज करते आ, वो घर जो मर्जी बनता होवे उधर वेखदे भी नहीं। तो फिर मावां कहंदियां कहंदी किन्ना इहनूं मत्था मार मार के वेखिया भी घट खाया कर, घट खा। अज वेख लो भी इहदे लागे जो मर्जी बना लो, उधर मूँह नहीं करता। क्यों? क्योंकि अज उन्हें अपने आप नूं आप समझा लिया वा। उदों तुसीं समझाउंदे सी। कईयां ने, कईयां भैणां ने सारी जिंदगी पति नूं नशियां बारे कह कह के वेख लिया, कह कह के वेख लिया, कह के मावां पुत्तां नूं कह कह के विचारियां मरन वालियां हो गईयां भी नशा छड्ड देन। पर छड्डिया पता उन्हें किदण? जिदण उन्हें अपने आप नूं आप समझाया। जिदण अपने आप नूं आप समझाया उदण उहदे लागे इदां नशे पी रहे आ लोग, उन्होंने पी ला। कहंदा ना, कहंदा यार तू तो इत्ते बिना रहिंदा नहीं सी। कहंदा वो समा होर सी, हुण नहीं। हुण भला माँ बाप नूं अपने बच्चे की राखी करन दी लोड़ है? जिन्हां दीयां धीआं कॉलजां च पढ़दियां, होस्टलां च रहिंदियां, ध्यान नाल सुणिओ। जिस माँ बाप ने धी नूं इन्नी गल समझाती ना, पुੱਤ इज्जत बड़ी वड्डी चीज़ है, साढ़े कोलों तेरी राखी होनी कोई नहीं। जिंदगी च एक बारी पुੱਤ तिलक गया ना बच्चा, मुड़ के संभलना औखा हुंदा। वो बच्चा अपने अंदर गल बन लैंदा। वो धी सिर चुक के जदों कॉलेज पढ़न जांदी, मजाल कि किसी की कोई माड़ी निगाह ना वेख जाए। तो ऐसे धीआं पुत्तां दी किसी नूं राखी करन दी भी लोड़, सारे बोलो, नहीं पैंदी। कोई माँ बाप नूं पता भी सानूं अपनी धी ते माण है, माँ नूं अपनी धी बारे पता। धी नूं जदों धी जवान हो जाए, जुत्ती का नाप माँ ते धी का एक हो जाए, उदों अपनी फ्रेंड बना लो उन्होंने। समझ दो, बाप ते पुੱਤ की जो जुत्ती का नाप एक हो जाए, उन्होंने अपना दोस्त बना लो। उन्होंने कहा पुੱਤ हर गल मेरे नाल शेयर करनी तू। मान लो जो तेरे को कल नुकसान हो गया, एग्जाम्पल देने लगा, ध्यान नाल सुनिओ। मान लो तुहाडे बच्चा तुहाडी गड्डी लै गया, उहदे कोलों राह रस्ते 'च गड्डी किते वज गई आ, उन्हें आण के तुहानूं कहा पुੱਤ डैडी मेरे को गड्डी माड़ी जी वज गई है। ऐ सबर नाल, ਇਹ नहीं भी आउंदे लम्मा पा लो डांग फेर लग पो नूं। एक बारी तो डांग फेर लोगे, गुस्सा करोगे, दोबारा वड्डे तो वड्डा भी नुकसान हो गया तुहानूं ने आण के दसना नहीं। क्यों? क्योंकि उन्हें उहदे अंदर एक खौफ बह जाना भी जे गड्डी ते झरीट पई इहनूं बर्दाश्त नहीं होई तो कल नूं कोई मैं वड्डा काम करता है तो मैनूं जानों मार दूँ। उस डर नाल प्यो ते पुੱਤ दी दोस्ती टुट जानी है। उन्हें फिर कल नूं जिन्ना मर्जी गलत कदम चुकना ना, उन्होंने उस बाप नूं लोकां ने दसना भी तेरा पुੱਤਰ आ करदा, पुੱਤ ने नहीं कभी भी दसना। तो जे वो इदां प्यो कहंदा आउंदिआं इदां पुੱਤਰਾ तेरे नालों गड्डियां चंगियां, झरीट पै गई आ आपां ठीक करा लैने, पर एक गल दा ख्याल रखी पुੱਤ अगे तो सांभ के चलाई। तो बच्चे ने पता कहना मेरा डैडी किन्ना चंगा बई, जे मेरे को गड्डी का नुकसान हो गया तो मेरे बाप ने मैनूं प्यार नाल समझाया। अगे तो बच्चा गलत काम कर लग्या, गड्डी तेज भजाउण लग्या, किते मार लग्या, 100 वार बोलेगा, सोचूगा। माफ़ करना, साडी ट्रेनिंग विच किते ना किते कमी है। असीं वस्तुआं नूं प्यार कर लैंदे आ, असीं वस्तुआं नूं उत्ते जाणे आ ते समझाउण वाले बने तो असीं तुरे ही नहीं। अच्छा कमाल, एक गड्डी नूं झरीट पै गई ते पुੱਤ दे गल पै गया, दोस्तां ने गड्डी खराब कर मारी है, उधर बोलिया नहीं। दोस्तां ने, रिश्तेदारां ने तेरा सारा कारोबार डाउन करता, उधर तो कुछ क्या नहीं। तू जे तू पुੱਤਰ नूं इदां समझांदा पुੱਤरा गड्डी दी की गल है, 1000 2 5000 ठीक करा लांगे आपां,
पर अगे तो पुत ध्यान ना चलाई। बच्चा कोई भी फैसला कर लग्या वो अपने बाप दे नाल शेयर करूगा। इदां ही धीआं ने आ जिहड़ियां धीआं गलत कदम चुक लैंदियां ने ना, गुस्सा ना मनाओ भैणों, पहलां माफ़ी मंग लवां, किते ना किते माँ वालों मिसटेक है। माँ ने अपनी धी नूं अपनी फ्रेंड नहीं बनाया। अजकल तो मोबाइल सुख ना आ गए, इन्हें बंदे नूं विहले नहीं रहन दिता। घरां 'च कित्थे आ गल्लां बातां करन वाला समां साडे कोल कित्थे रह गया हैगा जी? कदी बैठ के दुख सुख फुल हो, एक दूजे नाल गल्लां बातां। मैं नहीं कहंदा इन्हां दी लोड़ नहीं है, अजकल तो एजुकेशन ये निर्भर वा, ये जरूरत वा साडी। मैं भी मनदा वां अजोके समय 'च साडीआं जरूरतां बन गईआं वा, पर इन्ने गुलाम ना हो भी ये खत्म होवे जिवें वैल्टीनेटर ते बंदा नहीं पाया भी उन्होंने उधारे साह मिल रहे आ, ऑक्सीजन ला दो तो बंदा डैड। इन्ने निर्भर भी ना होइए भी जे कल नूं दुनिया इदां दा सिस्टम आ जाए भी मोबाइल ते इंटरनेट बंद ते बंदा कोई मैं तो मर लगा हुण। बई ठीक है, चीज़ों की जरूरत है, इस तो बिना साडा गुजारा नहीं आ, पर अपने आप नूं इन्ना निर्भर भी ना करो कि मैं इहदे तो बिना हुण मर चलिया हाँ ना। आ तुसीं कदी वेखो कई आपां किते रिश्तेदारां कोल चल जाइए, उत्थे किते अपना इंटरनेट ना चलदा होवे, मोबाइल ना चलदा होवे, वो एक दिन किड्डा सौखा लंघदा वैसे अपना। कभी तजर्बा करके वेखो। अजकल तो वैसे कोई इदां दा एरिया नहीं, पर मान लो तुसीं किसी रिश्तेदार को जाओ, वो किते खेतां 'च रहिंदे होण, दूर रहिंदे होण, उत्थे कोई इंटरनेट ना चलदा होवे, कोई मोबाइल कॉल ना आउंदी होवे, एक दिन तुसीं 24 घंटे तजर्बा करके वेखिओ तुसीं किन्नियां गल्लां अपने आसे पासे सारे नाल करनियां ने। ये चीज़ों की जरूरत है, मैं नहीं कहता इस तो बिना गुजारा होना औखा, क्योंकि पढ़ाई आ, आपां एक दुख सुख साझा करते हैं, पर अज बंदा मशीन बन चुका। जिहड़ा बंदा वा वो मशीन बन चुका, अज बंदा निर्भर हो गया एक दूजे के उत्ते। गुरु साहब जी ने जिहड़ी सिक्ख्या ती बंदा बंदे दे काम आउंदा, भाई दुख सुख पुछना, गल्लां बातां करनियां। पुराना समा सी, माहौल एक वखरा सी, ठीक है, असीं वो पुराना माहौल दोबारा नहीं लिया सकते, पर जिन्ना कुछ हैगा उहनूं साਂਭ ते लो। परिवारां दे विच शाम नूं एक तरीका बनाओ, जिन्ने जी है शाम नूं एक बारी मंजे ते इकट्ठे बैठो, बैड ते इकट्ठे बैठो, गल्लां करो, भावें 20 मिनट ही करो। कई परिवारां शामां नूं एक बार सारा परिवार इकट्ठा होकर दुख सुख साझा करदा, तो कई घरां च मतलब एक दूजे लागे बहणदा। पहली गल तो कई घर की कहीए भी एक एक पुत्त हुंदा, वो भी आसे पासे आपां पढ़न किते घल्लदे ने, कल्ले माँ बाप रह जांदे आ। समा पा के वो भी चीज़ां हौली हौली साडे कोलों खुसदियां जा रहीआं। असीं जिहड़ा सकून वा जिहड़ा वो साडे कोलों गवाचदा जा रहा। जिहड़ी अंदर दी खुशी जिहड़ी आ, जिहड़ी पदार्थां ते निर्भर साडी बन गई आ, होनी चाहिदी सी। एक दूजे नाल दुख सुख साझा करिए, गल्लां बातां करिए, चंगे काम करन दी प्रेरणा अपनी जिंदगी विच लैके आईए, जिहड़ी साडी जिंदगी नूं खूबसूरत बनाउंदी आ। तो पातशाह जी कहंदे ने, गुरपूरे मेरी राख लई, अमृत नाम हृदय में दीनो, जन्म जन्म की मैल गए। निवरै दूत, दूत किहड़े थे? मरण तो बाद दूत ਜਿਹੜੇ ਲੈਣ ਆਉਂਦੇ ਆ। ਜਿਹੜੀ ਕਹਾਣੀ ਬਣਾਈ ਮੈਂ ਪਹਿਲਾਂ ਆਰੰਭ 'ਚ ਇੱਥੋਂ ਕੀਤੀ ਸੀ ਕਿ ਪਤਾ ਨਹੀਂ ਮਰਨ ਤੋਂ ਬਾਅਦ ਸਾਡਾ ਕਿਸੇ ਨਾਲ ਵਾਹ ਪੈਣਾ ਕਿ ਨਹੀਂ ਪੈਣਾ, ਪਰ ਕਹਾਣੀ ਬਣਾਤੀ ਵੀ ਦੂਤਾਂ ਨੇ ਲੈਣ ਆਉਣਾ ਹੈ। ਜਿਉਂਦੇ ਜੀ ਅਸੀਂ ਦੂਤਾਂ ਦੇ ਵਸ ਪਏ ਹੋਏ ਆ। ਉਹ ਕਿਹੜੇ ਆ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਦੂਤ ਨੇ। ਅੱਜ ਤੁਸੀਂ ਵੇਖੋ ਇਹ ਪੰਜ ਹੀ ਬੰਦੇ ਨੂੰ ਤਬਾਹ ਕਰ ਰਹੇ ਨੇ। ਰਾਹ ਜਾਂਦੇ ਕਿਸੇ ਬੰਦੇ ਨੂੰ ਕੋਈ ਹੱਥ ਲਾ ਕੇ ਵੇਖੀ ਤਾਂ, पर जे चोरी करदा फड़िया जाए, अगले स्टोर से बन लेंदे कि नहीं बन लेंदे। उदा कोई बंदा किसी वाल उंगल करके वेखे, पर किते गलत हरकत करदा फड़िया जाए, अगले कटापा चढ़ते नाल ही पुलिस नूं कॉल करदे भी फड़ के लै जाओ जी इहनूं। ये तो मतलब तेरे च कोई ऐब सी ना। बंदे दी 60-70 हज़ार रुपया सैलरी आ, सारे उहदी रिस्पैक्ट करते आ, पर जे रिश्वत लैंदा फड़िया जाए, इदां गुੱਟ फड़ लेंदे, घुੱਟ के अगले आण के इदां विजिलेंस वाले इदां घुੱਟ के गुੱਟ फड़दे। ਉਹਨੂੰ ਕਹਿੰਦੇ ਰੰਗੇ ਹੱਥੀ ਫੜਿਆ ਗਿਆ। ਫਿਰ ਉਹਨੂੰ ਕਹਿੰਦੇ ਜੀ ਆਹ ਤੂੰ ਨੋਟ ਗਿਣੇ ਆ, ਜੇਬ 'ਚ ਪਾਏ ਆ। ਤਾਈਓ ਅੱਜ ਕੱਲ੍ਹ ਤੁਸੀਂ ਵੇਖੋ ਅਗਲੇ ਇੱਦਾਂ ਲੈਣਾ ਬੰਦ ਕਰ ਰਹੇ ਆ। ਹੁਣ ਉਹਦੇ ਮਠਿਆਈ ਦੇ ਡੱਬੇ 'ਚ, ਟਿਫਨ 'ਚ ਤਰੀਕੇ ਬੜੇ ਅਪਣਾ ਲਏ ਅਗਲਿਆਂ ਨੇ ਲੈਣ ਦੇ। ਰਿਸ਼ਵਤ ਬੰਦ ਥੋੜ੍ਹਾ ਹੋਈ ਆ, ਰਿਸ਼ਵਤ ਦੇ ਤਰੀਕੇ ਬਦਲ ਗਏ। ਹੁਣ ਨਿਵਰੇ ਦੂਤ, ਨਿਵਰੇ ਦਾ ਅਰਥ ਆ ਨਿਵਰ ਗਏ, ਖਤਮ ਹੋ ਗਏ। ਦੂਤ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਦੂਤ ਨੇ ਜਿਹੜੇ ਬੰਦੇ ਨੂੰ ਜਿਉਂਦੇ ਜੀ ਤੰਗ ਕਰ ਰਹੇ। ਨਿਵਰੇ ਦੂਤ ਦੁਸ਼ਟ। ਅਸੀਂ ਤਾਂ ਐਵੇਂ ਇੱਕ ਦੂਜੇ ਨੂੰ ਦੁਸ਼ਮਣ ਕਹੀ ਜਾਂਦੇ, ਭਰਾ ਭਰਾ ਨੂੰ ਕਹੀ ਜਾਂਦਾ ਇਹ ਮੇਰਾ ਦੁਸ਼ਮਣ ਹੈ। ਇੱਕ ਤਾਏ ਚਾਚੇ ਰਿਸ਼ਤੇਦਾਰਾਂ ਨੂੰ ਅਸੀਂ ਆਪਣੇ ਦੁਸ਼ਮਣ ਮੰਨੀ ਜਾਂਦੇ ਹਾਂ। ਦੁਸ਼ਮਣ ਸਭ ਤੋਂ ਵੱਡੇ ਸਾਡੇ ਅੰਦਰ ਬੈਠੇ ਆ। ਲਾਲਚ ਮੇਰਾ ਦੁਸ਼ਮਣ ਆ।
ਜਿਹਨੇ ਭਰਾ ਨਾਲੋਂ ਭਰਾ ਨੂੰ ਵੱਖਰਾ ਕਰਤਾ ਹੈ, ਜਿਹਨੇ ਦਰਾਣੀ ਨਾਲੋਂ ਜਠਾਣੀ ਨੂੰ ਵੱਖਰਾ ਕਰਤਾ ਹੈ, ਜਿਹਨੇ ਭੈਣਾਂ ਭਰਾਵਾਂ ਨਾਲੋਂ ਸਾਨੂੰ ਤੋੜ ਕੇ। ਲਾਲਚ ਸਭ ਤੋਂ ਵੱਡਾ ਸਾਡਾ ਦੁਸ਼ਮਣ ਹੈ। ਭਰਾ ਦੁਸ਼ਮਣ ਥੋੜ੍ਹਾ ਸੀ, ਉਹਦੇ ਨਾਲ ਤੇ ਇਕੱਠੇ ਬਹਿ ਕੇ ਰੋਟੀ ਖਾਂਦੇ ਰਹੇ ਆਪਾਂ, ਇੱਕ ਥਾਲੀ 'ਚ ਪ੍ਰਸ਼ਾਦਾ ਛਕਦੇ ਰਹੇ। ਕਈਆਂ ਘਰਾਂ 'ਚ ਤੁਸੀਂ ਦੇਖਿਆ ਨਾ, ਭਰਾਵਾਂ ਦੀ ਹਾਈਟ ਇੱਕੋ ਹੁੰਦੀ, ਕੱਪੜੇ ਵੀ ਇੱਕ ਦੂਜੇ ਦੇ ਪਾਉਂਦੇ ਰਹੇ। ਪਰ ਇੰਨੀ ਜ਼ਹਿਰ ਫੈਲ ਗਈ, ਵੱਡੇ ਹੋ ਕੇ ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੇ। ਕਿਹੜੀ ਚੀਜ਼ ਆ ਗਈ ਦਿਮਾਗ 'ਚ? ਕਦੀ ਸੋਚ ਕੇ ਵੇਖਿਆ? ਮੋਬਾਇਲਾਂ ਦੇ ਵਾਇਰਸ ਤਾਂ ਬਾਅਦ 'ਚ ਬਣੇ ਨੇ, ਆੜੇ ਮੋਬਾਇਲਾਂ ਵਿੱਚ ਵਾਇਰਸ ਆਉਂਦੇ ਤੇ ਬਾਅਦ 'ਚ ਆਉਣੇ ਨੇ। ਬੰਦੇ ਦੇ ਅੰਦਰ ਵਾਇਰਸ ਤਾਂ ਪਤਾ ਨਹੀਂ ਕਿੰਨੀ ਦੇਰ ਦਾ ਬਣਿਆ। ਈਰਖਾ ਵਾਇਰਸ ਨਹੀਂ ਹੈ ਜਿਹੜਾ ਬੰਦੇ ਨੂੰ ਅੰਦਰੋਂ ਖਤਮ ਕਰ ਰਿਹਾ, ਬੰਦੇ ਨੂੰ ਅੰਦਰੋਂ ਪਰੇਸ਼ਾਨ ਕਰ ਰਿਹਾ। ਨਿਵਰੈ ਦੂਤ ਦੁਸ਼ਟ ਬਹਿਰਾਈ, ਕਦੋਂ? ਗੁਰ ਪੂਰੇ ਕਾ ਜਪਿਆ ਜਾਪ। ਜਦੋਂ ਮੈਂ ਪੂਰੇ ਗੁਰੂ ਦਾ ਜਾਪ ਜਪਿਆ, ਪੂਰੇ ਗੁਰੂ ਦੀ ਸਿੱਖਿਆ ਉੱਤੇ ਅਮਲ ਕੀਤਾ, ਮੇਰੇ ਅੰਦਰ ਦੇ ਦੂਤ ਦੁਸ਼ਟ ਜਿਹੜੇ ਨਿਵਰ ਗਏ, ਖਤਮ ਹੋ ਗਏ। ਹੁਣ ਕਹਿੰਦੇ ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਹੁਣ ਭਾਈ ਮੇਰੇ ਗੁਰੂ ਦੀ ਸਿੱਖਿਆ ਅਗੇ ਲਾਲਚ ਦੀ ਪੇਸ਼ ਕੀ ਜਾਊਗੀ ਵੀ? ਲਾਲਚ ਕਹਿੰਦਾ ਭਰਾ ਨਾਲ ਠੱਗੀ ਮਾਰ ਲਾ, ਲਾਲਚ ਕਹਿੰਦਾ ਤਾਏ ਦੇ ਪੁੱਤ ਨਾਲ ਧੋਖਾ ਕਰ ਲਾ, ਲਾਲਚ ਕਹਿੰਦਾ ਉਹਦੇ ਨਾਲ ਧੋਖਾ ਕਰ ਲਾ। ਲਾਲਚ ਨੂੰ ਟਣਕਾ ਕੇ ਕਹਤਾ ਵੀ ਤੇਰੀ ਗੱਲ ਨਹੀਂ ਮੰਨਣੀ ਬਈ, ਮੈਂ ਤੇਰੇ ਨਾਲ ਲੜ ਪਊਂ, ਭਰਾ ਨਾਲ ਨਹੀਂ ਲੜਨਾ। ਅੱਜ ਅਸੀਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਲੜ ਪਏ ਨੇ, ਲਾਲਚ ਨਾਲ ਨਹੀਂ ਲੜਦੇ, ਤਾਈਓ ਦੁਖੀ ਹਾਂ। ਅਸੀਂ ਲਾਲਚ ਨਾਲ ਸਾਂਝ ਪਾ ਲਈ, ਰਿਸ਼ਤੇਦਾਰੀਆਂ ਨਾਲ ਤੋੜ ਲਈ। ਇਸੇ ਕਰਕੇ ਇਨਸਾਨ ਅੱਜ ਪਰੇਸ਼ਾਨ ਹੈ। ਨਿਵਰੈ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ। ਬਾਣੀ 'ਚ ਲਿਖਿਆ ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਹੁਣ ਇਹਨਾਂ ਪੰਜਾਂ 'ਚੋਂ ਕੋਈ ਪੇਸ਼ ਨਹੀਂ ਜਾ ਰਹੀ ਕਿਸੇ ਦੀ, ਕਿਉਂਕਿ ਮੇਰੇ ਗੁਰੂ ਦੇ ਸਾਹਮਣੇ ਇਹਨਾਂ ਦੀ ਕੋਈ ਪੇਸ਼ ਹੀ ਹੈ ਨਹੀਂ। ਸਿਮਰ 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 ਸੁਖ ਪਾਇਆ, ਆਹ ਹੈ ਸਿਮਰਨ ਅਸਲ ਵਿੱਚ। ਜਦੋਂ ਆਪਾਂ ਸਿਮਰਨ ਦੀ ਡੈਫੀਨੇਸ਼ਨ ਵੇਖਦੇ ਹਾਂ ਨਾ, ਸਿਮਰਨ ਦਾ ਅਰਥ ਕੀ ਹੁੰਦਾ? ਅਭਿਆਸ। ਜਦੋਂ ਤੁਸੀਂ ਸਤ, ਸੰਤੋਖ, ਦਇਆ, ਧਰਮ, ਧੀਰਜ, ਜਿਹਨਾਂ ਦੈਵੀ ਗੁਣਾਂ ਨੂੰ ਸਿਮਰਦੇ ਹੋ, ਇਹਨਾਂ ਅਨੁਸਾਰ ਆਪਣਾ ਜੀਵਨ ਜਿਉਂਦੇ ਹੋ। ਹੁਣ ਤੁਸੀਂ ਬਾਰ-ਬਾਰ, ਹੁਣ ਤੁਸੀਂ ਆਪਣੇ ਘਰ ਨੂੰ ਰੋਜ਼ ਜਾਂਦੇ ਹੋ, ਧਿਆਨ ਨਾਲ ਸੁਣਿਓ। ਤੁਸੀਂ ਆਪਣੇ ਘਰ ਤੋਂ 20 ਕਿਲੋਮੀਟਰ ਦੂਰ ਜੇ, ਤੁਹਾਨੂੰ ਚੇਤਾ ਰੱਖਣਾ ਪੈ ਰਿਹਾ ਆਪਣੇ ਘਰ ਨੂੰ ਗੱਡੀ ਲੈ ਕੇ ਜਾਣ ਦਾ। ਆਪਣੇ ਆਪ ਗੱਡੀ ਤੁਹਾਡੇ ਘਰ ਨੂੰ ਮੁੜਦੀ ਜਾਂਦੀ ਹੈ। ਕਿਉਂ? ਕਿਉਂਕਿ ਤੁਹਾਡੇ ਘਰ ਦਾ ਨਕਸ਼ਾ ਤੁਹਾਡੇ ਬ੍ਰੇਨ ਦੇ ਵਿੱਚ ਫਿੱਟ ਹੋਇਆ ਪਿਆ ਵਾ। ਤੁਸੀਂ, ਤੁਹਾਡੇ ਨਾਲ ਗੱਡੀ 'ਚ ਕੋਈ ਬੰਦਾ ਬੈਠਾ, ਉਹਦੇ ਨਾਲ ਗੱਲਾਂ ਕਰਦੇ ਕਰਦੇ ਤੁਹਾਡਾ ਆਪਣੇ ਆਪ ਹੀ ਘਰ ਨੂੰ ਤੁਹਾਡੀ ਗੱਡੀ ਮੁੜਦੀ ਜਾਂਦੀ ਹੈ। ਤੁਸੀਂ ਚੇਤਾ ਥੋੜ੍ਹਾ ਰੱਖ ਰਹੇ ਜੇ। ਪਰ ਜੇ ਕਿਸੇ ਪਿੰਡ ਤੁਸੀਂ ਪਹਿਲੀ ਵਾਰ ਜਾਣਾ, ਉੱਥੇ ਤੁਹਾਨੂੰ ਰਾਹ ਪੁੱਛ ਜਾਣਾ ਪੈਣਾ ਵੀ ਸੱਜੇ ਜਾਈਏ ਖੱਬੇ ਜਾਈਏ, ਭੁਲੇਖਾ ਵੀ ਲੱਗ ਸਕਦਾ। ਜਦੋਂ ਅਸੀਂ ਰੋਜ਼ ਕੰਮ ਕਰਦੇ ਹਾਂ, ਹੁਣ ਝੂਠ ਬੋਲਣ ਦੀ ਪ੍ਰੈਕਟਿਸ ਹੋ ਗਈ, ਆਪਣੇ ਆਪ ਹੀ ਬੰਦਾ ਬੋਲੀ ਜਾਂਦਾ। ਸੱਚ ਸੋਚ ਕੇ ਬੋਲਣਾ ਪੈਂਦਾ, ਝੂਠ ਆਪਣੇ ਆਪ ਹੀ ਨਿਕਲੀ ਜਾਂਦਾ। ਤੁਸੀਂ ਵੇਖਿਆ ਨਾ, ਕਈ ਬੰਦੇ ਝੂਠ ਬੋਲਦੇ ਆ, ਉਹਨਾਂ ਨੂੰ ਝੂਠ ਦਾ ਫਾਇਦਾ ਵੀ ਕੋਈ ਨਹੀਂ ਹੁੰਦਾ। ਕੁਝ ਝੂਠ ਐਸੇ ਹੁੰਦੇ, ਕੁਝ ਝੂਠ ਐਸੇ ਆ ਜਿਹਦਾ ਬੰਦੇ ਨੂੰ ਨਿੱਜੀ ਬੈਨੀਫਿਟ ਵਾ। ਜਿਵੇਂ ਮੰਨ ਲਓ ਕੋਈ ਕਾਰੋਬਾਰ ਕਰਦਾ ਬੰਦਾ, ਝੂਠ ਬੋਲਦਾ ਕਿ ਮੈਂ ਇੰਨੇ ਦੀ ਚੀਜ਼ ਲਿਆਂਦੀ, ਉਹ ਚਲੋ ਉਹ ਝੂਠ ਉਹਨੇ ਆਪਣੇ ਫਾਇਦੇ ਲਈ ਬੋਲਿਆ। ਕਾਹਦੇ ਲਈ ਭਲਾ? ਕਿ ਉਹਨੇ ਮੰਨ ਲਓ ਵਸਤੂ ਲਿਆਂਦੀ 20 ਦੀ, ਮੰਨ ਲਓ ਕਾਰ ਲੈ ਕੇ ਆਇਆ ਸੀ 3.5 ਲੱਖ ਦੀ, ਹੁਣ ਉਹ ਅਗਲੇ ਨੇ ਵੇਚਣੀ ਆ, ਉਹਨੂੰ ਚੰਗੀ ਨਹੀਂ ਲੱਗ ਰਹੀ, ਉਹਦੇ ਮਨ 'ਚ ਵੇਚਦਾ, ਅਤੇ ਬੰਦਾ ਸੋਚਦਾ ਇਹ ਆ 3.5 ਦੀ ਲਿਆਇਆ, ਕਮ ਸੇ ਕਮ 3.25 ਤੇ ਵੱਟਾਂ। ਹੁਣ ਅਗਲੇ ਨੂੰ ਕੀ ਦੱਸਦਾ? ਕਹਿੰਦਾ ਵੀ ਮੈਂ 4.10 ਦੀ ਲਿਆਇਆ, ਸਿੱਧਾ 60 ਟਪਾਤਾ ਉਹਨੇ। ਹੁਣ ਇਹ ਸੋਚ ਕੇ ਕਿਹਾ ਉਹਨੇ ਵੀ ਜੇ ਇਹਦੇ ਵਿੱਚੋਂ ਮੰਨ ਲਓ ਮੈਨੂੰ 20 ਵੀ ਡਿੱਗਦਾ ਬੰਦਾ, 30 ਵੀ ਡਿੱਗਦਾ, ਜੇ 20,000 ਵੀ ਗੱਡੀ ਮੈਨੂੰ ਦੇ ਜੇ ਤੇ ਮੇਰਾ ਕੀ ਗਿਆ? ਬੋਲਿਆ ਤਾਂ ਝੂਠ ਹੀ ਆ ਨਾ। ਹੁਣ ਇਹ ਝੂਠ ਦਾ ਚਲੋ ਉਹਨੂੰ ਇਹ ਤਾਂ ਫਾਇਦਾ ਹੈਗਾ ਵੀ ਚਲੋ 10-20,000 ਉਹਨੂੰ ਦੇ ਗਿਆ। ਕਈ ਝੂਠ ਪਤਾ ਕਿੱਦਾਂ ਦੇ ਹੁੰਦੇ ਆ? ਹਾਂਜੀ, ਪੈਲੀ ਕਿੰਨੀ ਆਪਣੀ ਹੈਗੀ 2 ਕਿੱਲੇ, ਬੰਦਾ 10 ਕਿੱਲੇ ਰਿਹਾ ਭਲਾ? ਬੋਲੋ ਸਾਰੇ ਜੀ। ਹੈਗੇ 2 ਕਿੱਲੇ, 10 ਰਿਹਾ 4 ਕਿੱਲੇ, 5 ਕਿੱਲੇ। ਅੱਛਾ, ਝੂਠ ਬੋਲਣਾ 5 ਕਿੱਲੇ ਪੈਲੀ ਹੋ ਜਾਣੀ ਆ? ਕਈ ਬੰਦੇ ਝੂਠੇ ਤਾਂ ਬੋਲਣਗੇ ਨਾ। ਆ ਰਿਸ਼ਤੇਦਾਰੀਆਂ, ਵਿਆਹ ਸ਼ਾਦੀਆਂ ਕਰ ਲੱਗਿਆ, ਝੂਠ ਬੋਲ ਦੇਣਾ, ਜਾਇਦਾਦ ਦਾ ਝੂਠ ਬੋਲ ਦੇਣਾ। ਵੀ ਅਗਲੇ ਕਿਹੜੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਦੇ ਕੋਲ ਕਈ ਤਾਂ ਅੱਜ ਕੱਲ੍ਹ ਝੂਠ ਨਵਾਂ ਬੋਲਿਆ ਜਾ ਰਿਹਾ। ਕਿੰਨੇ ਲੜਕੀ ਦੇ ਬੈਂਡ ਆ ਜੀ? ਹੁੰਦੇ 5.5 ਜਾਂ 6 ਆ। ਸੁੱਖ ਨਾਲ ਜੀ 7 ਬੈਂਡ ਆਏ ਆ। ਹੁਣ ਇਹ ਝੂਠ ਕਿੱਦਾਂ ਛੁਪਿਆ ਰਹੂਗਾ ਜੀ? ਕੱਲ੍ਹ ਨੂੰ ਅਗਲਿਆਂ ਨੇ ਪੇਪਰ ਚੈੱਕ ਕਰਾ ਲੈਣੇ ਨੇ, ਸਿਆਪਾ ਪੈ ਜਾਣਾ, ਫਿਰ ਤੁਸੀਂ ਵਕੀਲਾਂ ਕੋਲ ਭੱਜੇ ਫਿਰਨਾ, ਅਦਾਲਤਾਂ 'ਚ ਭੱਜੇ ਫਿਰਨਾ। ਜੋ ਹੈਗਾ, ਮੈਂ ਪਹਿਲਾਂ ਕਿਹਾ ਗੱਡੀ ਵਾਲਾ ਝੂਠ ਤੇ ਚਲੋ 10-20,000 ਕਮਾ ਕੇ ਦੇ ਜੂ। ਐ ਝੂਠ ਨੇ ਕੀ ਕਮਾ ਕੇ ਦੇਣਾ? ਜ਼ਮੀਨ ਕਿੰਨੀ ਆ? ਸਿੱਧਾ ਦੱਸੋ। ਜਦੋਂ ਲੜਕੀ ਵਾਲੇ ਆਉਂਦੇ ਸਿੱਧਾ ਕਹੋ ਜੀ ਜ਼ਮੀਨ ਸਾਡੀ ਆ 2 ਕਿੱਲੇ, ਸਾਡੇ ਪੁੱਤ ਦੇ ਕੋਲ ਆ ਹੈ।
रिश्ता करना तुहाडी मर्जी, नहीं करना अगे बोलो जी, कम से कम रात को सौखे तो सौंगे। फिर कई विचोलियां नूं कह देणगे तैनूं मुंदरी पवा दांगे, तू एक बारी गंढ तुप ला के साडा बोलो सारे मुंडा विआह दे। ਉਹ ਵਿਚੋਲਾ ਮੁੰਦਰੀ ਦੇ ਲਾਲਚ ਫਿਰ ਝੂਠ ਸੱਚ ਬੋਲ ਬੋਲ ਕੇ ਇੱਕ ਵਾਰੀ ਤੇ ਗੰਢ ਤੁੱਪ ਕਰਾਉਂਦਾ, ਪਰ ਵਿਆਹ ਵਾਲੇ ਦਿਨ ਹੀ ਫਿਰ ਵਿਚੋਲਾ ਜਿਹੜਾ ਨਾ ਉਹ ਬੱਸ ਦੀ ਬਾਰੀ ਨਾਲ ਲੰਮ ਕੇ ਆਉਂਦਾ, ਕਿਉਂਕਿ ਪਤਾ ਲੱਗ ਜਾਂਦਾ। ਤੁਸੀਂ ਵੇਖੋ ਬਹੁਤੇ ਵਿਚੋਲਿਆਂ ਨੂੰ ਮੁੜ ਕੇ ਚਾਹ ਪਾਣੀ ਨਹੀਂ ਕੋਈ ਪੁੱਛਦਾ, ਕਿਉਂਕਿ ਝੂਠ ਦੇ ਆਧਾਰ 'ਤੇ ਰਿਸ਼ਤੇ ਕਰਾਏ ਹੁੰਦੇ ਆ। ਜਿਹੜੇ ਸੱਚੇ ਵਿਚੋਲੇ ਹੁੰਦੇ ਕਹਿੰਦੇ ਭਰਾਵਾ ਰਿਸ਼ਤਾ ਜੋੜਨਾ ਸਹੀ ਤਰੀਕੇ ਨਾਲ। ਹੁਣ ਤਾਂ ਵਿਚੋਲਗੇ ਵਾਲਾ ਕੰਮ ਵੀ ਨਿਕਲ ਗਿਆ, ਹੁਣ ਤਾਂ ਅਖਬਾਰਾਂ 'ਚ ਸਿੱਧਾ ਆਉਂਦਾ, ਉਹ ਆਪਣਾ ਛਪਾਉਂਦੇ ਆ ਅਤੇ ਉਹਦੇ ਹਿਸਾਬ ਨਾਲ ਹੀ ਅਗਲੇ ਫੋਨ ਕਰ ਲੈਂਦੇ ਆ, ਗੱਲਾਂ ਗਾਂਹ ਦੀਆਂ ਚਲੇ ਗਈਆਂ। ਜਿੱਥੇ ਮਰਜ਼ੀ ਭੱਜ ਲਓ ਪਿਆਰਿਓ, ਸੱਚ ਸੱਚ ਰਹਿਣਾ। ਜਿੰਨਾ ਹੈਗਾ ਸਿਆਣੇ ਕਹਿੰਦੇ ਜੋ ਹੈਗਾ, ਜੇ 1 ਰੁਪਈਆ ਨਾ, ਜੇ 1 ਰੁਪਈਆ ਜੇਬ 'ਚ ਆ ਅਤੇ ਅੱਧਾ ਹੀ ਦੱਸੋ। ਅਗਲੀ ਆਣ ਕੇ ਧੀ ਵੇਖੇ ਕਿ ਉਹਨਾਂ ਨੇ ਕਿਹਾ ਸੀ ਸਾਡੇ ਕੋਲ ਜ਼ਮੀਨ 4 ਕਿੱਲੇ ਆ, ਨਿਕਲੀ ਤੇ 8-9 ਕਿੱਲੇ ਜ਼ਮੀਨ ਆ। ਧੀ ਨੇ ਤਾਂ ਆ ਹੀ ਜਾਣਾ, ਸਮਾਂ ਪਾ ਕੇ ਪਤਾ ਲੱਗ ਹੀ ਜਾਣਾ। ਪਹਿਲਾਂ ਜਲਾਓ ਬਣਾਉਣ ਦੀ ਲੋੜ ਨਹੀਂ ਹੈਗੀ। ਮੈਂ ਪਹਿਲਾਂ ਕਹਿਤਾ ਕੁਝ ਝੂਠ ਐਸੇ ਆ ਜਿਹੜੇ ਤੁਹਾਨੂੰ ਕੋਈ ਨਾ ਕੋਈ ਮੁਨਾਫਾ ਦੇ ਜਾਂਦੇ। ਜਿਵੇਂ ਗੱਡੀ ਲਿਆਂਦੀ 3.5 ਲੱਖ ਦੀ, ਝੂਠ ਬੋਲ ਬਾਲ ਕੇ ਬੰਦੇ ਨੇ ਜੇ 370 ਦੀ ਵੇਚੀ 20 ਤੇ ਨਫਾ ਕਮਾ ਗਿਆ ਨਾ, ਇਹ ਝੂਠ ਤੇ ਚਲੋ 20,000 ਦੇ ਗਿਆ। ਆਹ 4 ਕਿੱਲੇ ਜ਼ਮੀਨ ਨੂੰ 8 ਕਿੱਲੇ ਬਣਾਤਾ, ਇਹ ਝੂਠ ਨੇ ਕੀ ਦਿੱਤਾ ਤੁਹਾਨੂੰ? ਇਹਨੇ ਤਾਂ ਸਗੋਂ ਨੁਕਸਾਨ ਕਰਾਤਾ ਸਾਡਾ। ਤੇ ਵੈਸੇ ਸੱਚ ਬੜੀ ਵੱਡੀ ਚੀਜ਼ ਹੈ ਜ਼ਿੰਦਗੀ 'ਚ। ਸੱਚ ਦਾ ਪੱਲਾ ਫੜ ਲਓ ਜੋ ਹੈਗਾ। ਕਈ ਰਿਸ਼ਤੇ ਕਰਨ ਜਾਂਦੇ ਆ, ਇੱਕ ਦੂਜੇ ਨੂੰ ਸਿੱਧਾ ਸਾਫ਼ ਦੱਸਦੇ ਭਾਈ ਆਹ ਸਾਡੇ ਕੋਲ ਹੈਗਾ ਜੇ, ਤੁਹਾਡੀ ਅਸੀਂ ਰੋਟੀ ਖਾਂਦੇ ਹਾਂ, ਤੁਹਾਡੀ ਧੀ ਵੀ ਸਾਡੇ ਘਰ ਰੋਟੀ ਖਾ ਕੇ ਸੋਏਗੀ, ਇਹ ਸਾਡੀ ਗਰੰਟੀ ਆ। ਅੱਗੇ ਬੱਚੇ ਕਮਾਈ ਕਰਦੇ ਆ, ਕਈ ਹੁਣ ਸਾਰੀ ਜ਼ਿੰਦਗੀ ਇੱਕੋ ਥੋੜ੍ਹਾ। ਜਦੋਂ ਆਪਣੀਆਂ ਮਾਵਾਂ ਵਿਆਹੀਆਂ ਆਈਆਂ 1.5 ਕਿੱਲਾ ਜ਼ਮੀਨਾਂ, ਅੱਜ ਬਾਪੂ ਕਿੱਥੋਂ ਦੇ ਕਿੱਥੇ ਪਹੁੰਚ ਗਏ। ਪੁੱਤ ਹਰ ਇਨਸਾਨ ਜ਼ਿੰਦਗੀ 'ਚ ਪੈਸਾ ਇੱਕੋ ਚੀਜ਼ ਨਹੀਂ ਹੁੰਦੀ ਵੀ ਜਿੱਥੇ ਤੁਸੀਂ ਅੱਜ ਬੜੇ ਬੰਦੇ। ਜੇ ਤੁਹਾਡਾ ਬੱਚਾ ਨੇਕ ਆ ਤੇ ਅੱਜ ਜ਼ਮੀਨ 'ਤੇ ਪਿਆ ਕਾਰੋਬਾਰ ਅਸਮਾਨ 'ਤੇ ਖੜ ਸਕਦਾ। ਜੇ ਬੱਚੇ ਨਸ਼ੇ ਪੀਂਦੇ ਆ ਤੇ ਸਿਖਰ 'ਤੇ ਪਹੁੰਚਿਆ ਕਾਰੋਬਾਰ ਜ਼ਮੀਨ 'ਤੇ ਵੀ ਆ ਸਕਦਾ। ਕਈਆਂ ਘਰਾਂ 'ਚ ਵੇਖਿਆ ਜਾਇਦਾਦਾਂ ਵੇਖ ਕੇ ਰਿਸ਼ਤੇ ਹੋ ਜਾਂਦੇ ਨੇ, ਮੁੜ ਕੇ ਸਮੈਕਾਂ ਪੀਂਦੇ ਪੁੱਤ ਪਤਾ ਲੱਗਦਾ ਬਾਅਦ ਵਿੱਚ, ਤੇ ਫਿਰ ਉਹ ਕਾਰੋਬਾਰ ਡਾਊਨ ਹੋ ਜਾਂਦੇ ਆ। ਆਓ ਗੁਰੂ ਬਖਸ਼ਿਸ਼ ਕਰੇ ਜ਼ਿੰਦਗੀ 'ਚ ਗੁਣ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ। ਆਪਣੇ ਗੁਰੂ ਦੇ ਸ਼ਬਦ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਓ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ। ਨਾਨਕ ਦਾਸ ਤਾਂ ਉਹਦੀ ਸ਼ਰਨ ਵਿੱਚ ਪਿਆ, ਜਾਂ ਤੇ ਉੱਪਰ ਕੋ ਨਹੀਂ। ਮੈਂ ਉਹਦੀ ਸ਼ਰਨ ਵਿੱਚ ਪਿਆ ਜਿਹਦੇ ਉੱਤੇ ਹੈ ਹੀ ਕੋਈ ਨਹੀਂ, ਸਭ ਤੋਂ ਸੁਪਰੀਮ ਪਾਵਰ। ਉਹ ਮਾਲਕ ਨਾਲ ਸਾਂਝ ਪਾਓ, ਚੰਗੇ ਕੰਮ ਜ਼ਿੰਦਗੀ 'ਚ ਕਰੋ, ਚੰਗੇ ਸੰਸਕਾਰ ਜ਼ਿੰਦਗੀ 'ਚ ਧਾਰਨ ਕਰੋ। ਧੀਆਂ ਪੁੱਤਾਂ ਨੂੰ ਇੱਦਾਂ ਪੜ੍ਹੋ, ਪੁੱਤ ਖਵਾ ਕੇ ਆ ਜੀ, ਕਿਸੇ ਦਾ ਖਾ ਕੇ ਨਾ ਆਈ। ਪੁੱਤ ਫਿਰ ਉਹਦੇ ਦਿਮਾਗ 'ਚ ਇਹ ਗੱਲ ਬਹਿ ਗਈ ਨਾ, ਮੇਰੇ ਮਾਂ ਬਾਪ ਨੂੰ ਬੇਈਮਾਨੀ ਪਸੰਦ ਨਹੀਂ। ਐਗਜ਼ਾਮਪਲ ਦੇਣ ਲੱਗਾ, ਮੰਨ ਲਓ ਗੁਰਦੁਆਰੇ ਆਪਾਂ ਗਏ ਹਾਂ, ਸਾਡਾ ਬੱਚਾ ਜੁੱਤੀ ਪਾ ਗਿਆ, ਉੱਥੇ ਜੁੱਤੀ ਕੋਈ ਚੁੱਕ ਕੇ ਲੈ ਗਿਆ, ਉਹ ਕਿਸੇ ਹੋਰ ਦੀ ਪਾ ਕੇ ਲੈ ਆਇਆ, ਅਤੇ ਆਪਾਂ ਪੁੱਛਿਆ ਵੀ ਇਹ ਜੁੱਤੀ ਤਾਂ ਤੇਰੀ ਹੈ ਹੀ ਨਹੀਂ। ਉਹਨੇ ਕਿਹਾ ਜੀ ਮੇਰੀ ਕੋਈ ਹੋਰ ਪਾ ਕੇ ਲੈ ਗਿਆ, ਮੈਂ ਕਿਸੇ ਦੀ ਪਾ ਕੇ ਲੈ ਆਇਆ। ਧਿਆਨ ਨਾਲ ਸੁਣਿਓ, ਇੱਕ ਵਕਤ ਤੇ ਸਾਨੂੰ ਖੁਸ਼ੀ ਹੋਈ ਵੀ ਸਾਡਾ ਪੁੱਤ ਘਾਟੇ ਵਾਲਾ ਕੰਮ ਨਹੀਂ ਕਰਦਾ, ਵੀ ਆਪਣੀ ਲੈ। ਪਰ ਜੇ ਤੁਸੀਂ ਨਾਲ ਇਹ ਕਹੋ ਪੁੱਤ ਹੋ ਸਕਦਾ ਤੂੰ ਕਿਸੇ ਹੋਰ ਦੀ ਪਾ ਲਿਆਇਆ ਹੋਵੇ, ਜਿਹੜਾ ਤੇਰੀ ਪਾ ਕੇ ਲੈ ਗਿਆ ਜ਼ਰੂਰੀ ਨਹੀਂ ਇਹ ਜੁੱਤੀ ਉਹਦੀ ਹੋਵੇ, ਉਹਦਾ ਨੰਗੇ ਪੈਰੀਂ ਆਇਆ, ਤੂੰ ਗੁਰਦੁਆਰੇ ਰੱਖਿਆ, ਤੈਨੂੰ ਮੈਂ ਜੁੱਤੀ ਹੋਰ ਲੈ ਦੂੰ, ਗਾਂਹ ਤੋਂ ਧਿਆਨ ਨਾਲ ਜਾਣਾ ਹੈ। ਇੰਨੀ ਗੱਲ ਨਾਲ ਤੁਹਾਡੇ ਬੱਚੇ ਦੇ ਦਿਮਾਗ 'ਚ ਗੱਲ ਬਹਿ ਗਈ, ਮੇਰੇ ਮਾਂ ਬਾਪ ਨੂੰ ਚੋਰੀ ਦੀ ਚੀਜ਼ ਪਸੰਦ। ਅਤੇ ਜੇ ਤੁਸੀਂ ਚੁੰਮਿਆ ਮੱਥਾ ਕਿ ਮੇਰਾ ਪੁੱਤ ਬੜਾ ਵਧੀਆ ਕੰਮ ਕਰਕੇ ਆਇਆ, ਜੇ ਆਪਣਾ ਪੈਨ ਗਵਾਚ ਕੇ ਕਿਸੇ ਦਾ ਚੁੱਕ ਲਿਆਇਆ, ਅਤੇ ਇਹ ਬੱਚਾ ਕੱਲ੍ਹ ਨੂੰ ATM ਬੈਂਕ ਵੀ ਭੰਨੂ, ਟਰਾਂਸਫਾਰਮਾਂ ਦੀਆਂ ਤਾਰਾਂ ਵੀ ਲਾਊ। ਫਿਰ ਇਹੋ ਜਿਹੀਆਂ ਬੱਚਿਆਂ ਵਾਸਤੇ ਮਾਵਾਂ ਨੂੰ ਘਰਾਂ 'ਚ ਲੋਕ ਵੀ ਲਾਉਣੇ ਪੈਣੇ ਆ। ਕਈ ਵਾਰੀ ਨਾ ਘਰਾਂ 'ਚ ਲੋਕ ਆਪਣੇ ਬੱਚਿਆਂ ਤੋਂ ਲਾਉਣੇ ਪੈਂਦੇ ਆ, ਆਪਣੇ ਹਸਬੈਂਡ ਤੋਂ ਹੀ ਲਾਉਣੇ ਪੈਂਦੇ ਨੇ, ਆਪਣੀ ਮਾਫ਼ ਕਰਨਾ ਦਰਾਣੀ ਜਠਾਣੀ ਤੋਂ, ਇੱਕ ਦੂਜੇ ਤੋਂ ਹੀ ਤਾਲੇ ਲਾਉਣੇ ਪੈਂਦੇ ਆ। ਇਹਦਾ ਮਤਲਬ ਸਾਡੇ 'ਚ ਇੰਨੀ ਬੇਵਿਸ਼ਵਾਸੀ ਹੋ ਗਈ, ਇੰਨੀ ਪਾਰ ਕਿਸੇ ਮੱਝ ਗਾਂ ਤੋਂ ਨਹੀਂ, ਕਿਸੇ ਡੰਗਰ ਪਸ਼ੂ ਤੋਂ ਥੋੜ੍ਹਾ ਲੋਕ ਲਾਏ ਅਸੀਂ ਇਨਸਾਨ ਤੋਂ ਹੀ ਲੋਕ ਲਾ ਕੇ ਬੈਠੇ ਹਾਂ। ਇਹਦਾ ਮਤਲਬ ਸੋਚ ਇੰਨੀ ਨੀਵੀਂ ਹੋ ਗਈ ਆ। ਸੋਚ ਬਦਲੋ ਆਪਣੀ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਜਿੱਦਣ ਅਸੀਂ ਜ਼ਿੰਦਗੀ ਨੂੰ ਸਵਾਰ ਲਿਆ, ਇਹ ਸੋਚਿਆ ਵੀ ਨਹੀਂ ਭਾਈ ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ,
ये जीवन मिलिया, इनू चंगे तरीके नाल जीवन का यतन करो, अपने परिवारां 'च बह के चंगियां गल्लां करो, चंगे संस्कार अपने बच्चों नूं दईए, चंगी सोच के मालक बनाइए। इहो सानू गुरु पातशाह जी ने सिक्ख्या दी है, उपदेश बख्शिश किया है। आओ आप सारे रिश्तेदार साख संबंधी धन गुरु ग्रंथ साहिब महाराज जी की गोद विच अज का यह गुरमत समागम परिवार ने अपनी धी के जन्म की खुशी विच ये गुरमत समागम लिखिया। बड़ी वड्डी गल है, नहीं तो लोग पुत्तां दे जन्म दीयां खुशियां मनाउंदे ने। ये पहल कदमी आ भी साडे वास्ते धी ते पुत्त बराबर चीज़ां, साडे वास्ते कोई ये चीज़ां महना नहीं दिखाउंदियां। नित्याम साडे घरां विच पहलां वहम कीता जांदा हुंदा, शामां पैणीਆਂ ना शायद ये इलाका वाइज है, जिवें माझा मालवा ते दुआबा, ये जिहड़े वहम आ ये भी माझे ते मालवे ते दुआबे दे वखरे वखरे आ। कई इलाकों में वहम किया जाना शामां नूं, जिवें हुण तां बैड आ गए, पुराने समय मंजियां हुंदियां सी, ते जे मंजी की पैंद ढिली होनी तो कोई पुत मंजी की पैंद कस्सण लगा इदां, तो लागों किसी माँ ने बोलना, पुत पैंद ना कसी, शामां नूं पैंद नहीं कसी दी। उन्हें कहना क्यों, ये धियां होंदियां जे पैंद कसीए तो। इदां दे वहम भी कई इलाकों च है, मावां नूं पता, मेरियां भैणां नूं जिहड़ियां हसदियां भी ये गल हुंदी सी भी जे शाम नूं पैंद कस्सण लगा ना मंजे, हुण तां बैड आ गया, अच्छा वो पैंद कस्सण लगना तो लागों माँ ने बोलना, वे पैंद ना कसी। उन्हें कहना क्यों, जे तू पैंद कसी तो फिर अपने घर धियां होणगियां। ये डर पता क्यों पाया सी धियां दा, क्योंकि धी जम्मण नूं माड़ा समझदे सी। पैंद कसन का मतलब सी भी शाम नूं पैंद कसन दियां दुकानां बंद हो गईयां, जे पैंद गई टुट तो पुत तेरा बापू सौं किथे। वो डर पा देना भी डर वो चीज़ का पाओ जिहदा करके पैंद नूं मुड़ के हथ लावे ना। कहिंदे भी सी जदों सूरज छिप गया उदों मंजे की पैंद नहीं कसी दी, तो इदां दा डर पा देना जिवें झाड़ू आ, इनू तुसीं खड़ा, हाँ बच्चे दे उत्तों दी नहीं लंघना, जे उत्तों दी लंघे तो हाइट छोटी रह जू। वो इदां नहीं कुछ भी हुंदा, उहदा मतलब ये हुंदा सी बच्चे दे अंग कूले आ, जदों तुसीं इहदे उत्तों दी लंघना, जे किते तुहाडा पैर तिल गया, तुसीं डिग पै, बच्चे दे सੱਟ पेट लग जू, नुकसान हो जू। इदां दे फिर बेचारे जिन्हां दी हाइट छोटी रह गई आ, वो तो घरदियां नूं गालां कढ़दे होणे आ भी कोई ना कोई साडे उत्तों दी टप गया, तां ही असीं वध नहीं सके। फिर तो तुसीं सोच के वेखो ना, असीं सोच साडी सोच कित्थे खलोती होई आ। बच्चा छोटा ना कहना इहदे उत्तों दी छाल ना मार दी, नहीं तो इहदी हाइट छोटी रह जू। इदां कुछ भी नहीं हुंदा, ये साडे मनां दे वहम आ। ये पुराणियां बजुर्गां ने कुछ गल्लां बनाईयां होईयां सी, झाड़ू खड़ा नहीं करना, एक माड़ा हुंदा। उहदा की मतलब सी, झाड़ू घर च फेरीदा वा, तीलियां नाल गंदगी लगी हुंदी आ, जदों झाड़ू खड़ा करोगे गंदगी फिर खिलरू, कहना झाड़ू नूं लम्मा पा दो। हर गल पिछे कोई ना कोई लॉजिक सी, कोई कारण सी, असीं इन्हां गल्लां नूं वहमां नाल जोड़ दिता। आओ भाई सहज पाठ करो, बाणी पढ़ो, वहमां पखंडां भरमां चों बाहर निकलो। सतगुर दे अगे अरदास आ, जिहड़ी धी दा परिवार जन्मदिन मना रहा, मालक उहनूं गुरसिੱਖੀ जीवन दात बख्शिश करे, सारे परिवार इदां इकट्ठे रहण। ये दात आ गुरु पातशाह जी, असीं इकट्ठे बैठ के बाणी दीयां विचारां करिए, सांझ पाइए, असीं अपने बच्चिਆਂ नूं गुरमत नाल जोड़िए, उपदेश बख्शिश करिए। आओ सारिਆਂ दा धन्नवाद, शुकराना मालक दा। इत्थों की समुची प्रबंधक कमेटी, सारी संगत बड़े प्यार नाल तुसीं गुरु की गोद विच बैठ के अज दे दीवान की हाज़री भरी है। भुल्लां मेरियां बचन सतगुर दे जान के हिरदे विच वसाउण दा यतन करना। अदब सत्कार नाल सारी संगत फतेह बुलाओ ते गज के आखो साध संगत जी, वाहिगुरू जी का खालसा, वाहिगुरू जी की फतेह।